ਗੁਗਲੀ ਐਂਟਰਟੇਨਮੈਂਟ। ਅਦਾਕਾਰ ਹੋਣਾ ਕੋਈ ਵੱਡੀ ਗੱਲ ਨਹੀਂ, ਪਰ ਅਦਾਕਾਰ ਬਣੇ ਰਹਿਣਾ ਸਭ ਤੋਂ ਵੱਡੀ ਗੱਲ ਹੁੰਦੀ ਆ। ਅਦਾਕਾਰ ਬਣੇ ਰਹਿਣ ਵਾਸਤੇ ਪੜਾਅ ਦਰ ਪੜਾਅ ਸਫ਼ਰ ਕਰਨਾ ਪੈਂਦਾ, ਤੇ ਉਹ ਪੜਾਅ ਦਰ ਪੜਾਅ ਕੀਤਾ ਸਫ਼ਰ ਹੀ ਜ਼ਿੰਦਗੀ ਬਣ ਕੇ ਸਾਹਮਣੇ ਉੱਭਰਦਾ। ਤੇ ਇਸ ਸਫ਼ਰ ਨੂੰ ਤੈਅ ਕਰਨ ਵਾਲੇ ਜੋ ਬਹੁਤ ਹੀ ਮਸ਼ਹੂਰ ਤੇ ਹਸਮੁਖ ਚਿਹਰੇ ਦੇ ਮਾਲਕ ਕਲਾਕਾਰ ਨੇ ਜਸਪਾਲ ਪਾਇਲਟ ਜੀ, ਅੱਜ ਤੁਹਾਨੂੰ ਗੁਗਲੀ ਐਂਟਰਟੇਨਮੈਂਟ ਦੇ ਰਾਹੀਂ ਲੈ ਕੇ ਆਏ ਆ ਜਸਪਾਲ ਪਾਇਲਟ ਜੀ ਦੇ ਕੋਲ। ਤੇ ਅੱਜ ਕਰਾਂਗੇ ਜਸਪਾਲ ਪਾਇਲਟ ਜੀ ਦੇ ਨਾਲ ਡੂੰਘੀਆਂ ਤੇ ਸੋਹਣੀਆਂ ਗੱਲਾਂ। ਤੇ ਮਿਲਦੇ ਆ ਜਸਪਾਲ ਪਾਇਲਟ ਜੀ ਨੂੰ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਸਭ ਤੋਂ ਪਹਿਲਾਂ ਗੁਗਲੀ ਐਂਟਰਟੇਨਮੈਂਟ ਜਿਹੜਾ YouTube ਹੈ ਉਹ ਸ਼ੁਰੂ ਕਰਨ ਵਾਸਤੇ ਰਾਮਪੁਰਾ ਸਾਹਿਬ ਬਹੁਤ ਬਹੁਤ ਧੰਨਵਾਦ। ਤੇ ਨਾਲ ਹੀ ਜਿਹੜੇ DOP ਨੇ ਨਵਦੀਪ ਸਹੋਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਹਾਡੇ ਜਰੀਏ ਜਿਹੜੇ ਕਲਾਕਾਰ ਨੇ ਉਹਨਾਂ ਕੁਝ ਗੁੱਝੀਆਂ ਗੱਲਾਂ ਜਾਂ ਦਿਲ ਦੀਆਂ ਗੱਲਾਂ ਜਾਂ ਸਫ਼ਰ ਵਿੱਚ ਉਹਨਾਂ ਨੇ ਕਿਹੜੇ ਮੁਕਾਮ ਹਾਸਲ ਕੀਤੇ, ਕੀ ਉਹਨਾਂ ਦੇ ਦਿਲ ਵਿੱਚ ਰਹਿ ਗਿਆ, ਉਹ ਤੁਸੀਂ ਦਰਸ਼ਕਾਂ ਦੇ ਸਾਹਮਣੇ ਲਿਆਉਂਦੇ ਹੋ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਪਰਮਾਤਮਾ ਤੁਹਾਨੂੰ ਦਿਨ ਦੁਨੀ ਤੇ ਰਾਤ ਚੌਗੁਣੀ ਤਰੱਕੀ ਕਰਵਾਵੇ। ਤੇ ਧੰਨਵਾਦ ਜਸਪਾਲ ਪਾਇਲਟ ਜੀ। ਦਰਸ਼ਕਾਂ ਨੂੰ ਮੈਂ ਇੱਕ ਗੱਲ ਦੱਸ ਦਵਾਂ ਕਿ ਜਦੋਂ ਮੈਂ ਆਪਣੀ ਪੱਤਰਕਾਰੀ ਲਾਈਨ ਦੇ ਵਿੱਚ ਆਇਆ ਸੀਗਾ ਤੇ ਸਾਰੇ ਕਲਾਕਾਰਾਂ ਨੂੰ ਮਿਲਦਾ ਸੀਗਾ ਮੈਂ, ਤੇ ਜਸਪਾਲ ਪਾਇਲਟ ਉਹਨਾਂ ਦਾ ਨਾਂ ਸੁਣਿਆ ਜਦੋਂ ਮੈਂ, ਤੇ ਮੇਰੇ ਦਿਲ ਤੇ ਦਿਮਾਗ ਦੇ ਵਿੱਚ ਇੱਕ ਵਾਰ-ਵਾਰ ਪ੍ਰਸ਼ਨ ਉੱਠਦਾ ਸੀ ਕਿ ਜਸਪਾਲ ਪਾਇਲਟ ਨਾਂ ਕੀ ਹੋਇਆ। ਕਿ ਜਸਪਾਲ ਪਾਇਲਟ ਜੀ ਨੂੰ ਮੈਂ ਹਮੇਸ਼ਾ ਸਾਈਕਲ ਚਲਾਉਂਦਿਆਂ ਵੇਖਿਆ, ਵਧੀਆ ਸਾਈਕਲ ਚਲਾਉਂਦੇ ਨੇ, ਮੋਟਰਸਾਈਕਲ ਚਲਾਉਂਦਿਆਂ ਵੇਖਿਆ, ਬਹੁਤ ਵਧੀਆ ਮੋਟਰਸਾਈਕਲ ਚਲਾਉਂਦੇ ਨੇ। ਕਦੀ ਇਹਨਾਂ ਦੀ ਮੈਂ ਜਹਾਜ਼ ਦੇ ਨਾਲ ਫੋਟੋ ਨਹੀਂ ਵੇਖੀ ਅੱਜ ਤੱਕ। ਤੇ ਪਰ ਮਨ ਦੇ ਵਿੱਚ ਇੱਕ ਵਿਚਾਰ ਹਮੇਸ਼ਾ ਉਪਜਦਾ ਰਿਹਾ ਕਿ ਜਸਪਾਲ ਪਾਇਲਟ ਕਿਉਂ ਨਾ, ਜਦੋਂ ਜਹਾਜ਼ ਦੇ ਨਾਲ ਫੋਟੋ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਤੇ ਫਿਰ ਜਸਪਾਲ ਪਾਇਲਟ ਕਿਉਂ। ਇਹ ਮੈਨੂੰ ਗੱਲ ਜਾਣਨ ਲਈ 2 ਸਾਲ ਦਾ ਸਮਾਂ ਲੱਗਾ ਸੀ। 2 ਸਾਲਾਂ ਬਾਅਦ ਜਦੋਂ ਮੈਂ ਜਾ ਕੇ ਜਸਪਾਲ ਪਾਇਲਟ ਜੀ ਨੂੰ ਪੁੱਛਿਆ ਕਿ ਪਾਇਲਟ ਜੀ ਆਪਣੇ ਪਾਇਲਟ ਹੋਣ ਬਾਰੇ ਗੱਲ ਦੱਸੋ, ਤੇ ਮੈਨੂੰ ਉਸ ਵੇਲੇ ਮੇਰੇ ਸਵਾਲ ਦਾ ਜਵਾਬ ਮਿਲਿਆ ਸੀ। ਤੇ ਦਰਸ਼ਕਾਂ ਨੂੰ ਵੀ ਅੱਜ ਜਿਹੜਾ ਵਾ ਆਪਣੇ ਚੈਨਲ ਦੇ ਜ਼ਰੀਏ ਵਿਖਾਵਾਂਗੇ ਕਿ ਜਸਪਾਲ ਪਾਇਲਟ ਨਾਂ ਕਿਵੇਂ ਪਿਆ। ਤੇ ਜਸਪਾਲ ਪਾਇਲਟ ਜੀ ਨੂੰ ਇਹਦੇ ਬਾਰੇ ਸਵਾਲ ਪੁੱਛਦੇ ਹਾਂ। ਮੈਂ ਜੀ ਜਦੋਂ ਕਾਲਜ ਖਾਲਸਾ ਕਾਲਜ BSc ਐਗਰੀਕਲਚਰ ਕਰ ਰਿਹਾ ਸੀ ਤੇ ਮੈਂ ਚਾਹੁੰਦਾ ਸੀ ਕਿ ਪਾਇਲਟ ਬਣਾ। ਹਰ ਇਨਸਾਨ ਦੀ ਇੱਛਾ ਹੁੰਦੀ ਕਿ ਹਵਾ 'ਚ ਉੱਡੇ, ਤਾਂ ਹਵਾ ਨਾਲ ਗੱਲਾਂ ਕਰਨਾ, ਉੱਚੇ ਉੱਡਣਾ, ਉੱਪਰੋਂ ਦੁਨੀਆ ਨੂੰ ਦੇਖਣਾ ਬੜਾ ਇੱਕ ਸ਼ੌਕ ਸੀ। ਤੇ ਮੈਂ ਪ੍ਰੋਫੈਸ਼ਨ ਤੌਰ 'ਤੇ ਇਸ ਨੂੰ ਅਡੋਪਟ ਕਰਨਾ ਚਾਹੁੰਦਾ ਸੀ। ਸੋ ਮੈਂ ਪਾਇਲਟ ਦਾ ਕੋਰਸ ਕੀਤਾ। ਮੇਰੇ ਘਰ ਵਾਲੇ ਨੇ ਸਪੋਰਟ ਕੀਤੀ। SPL ਹੁੰਦਾ 20 ਘੰਟੇ ਤੱਕ, ਉਸ ਤੋਂ ਬਾਅਦ PPL ਹੁੰਦਾ 60 ਘੰਟੇ ਤੱਕ। ਉਹਨਾਂ ਦਿਨਾਂ 'ਚ 325 ਘੰਟੇ ਤਕਰੀਬਨ ਕਰਕੇ ਕਮਰਸ਼ੀਅਲ ਹੁੰਦਾ ਸੀ। ਸੋ ਮੈਂ ਕਮਰਸ਼ੀਅਲ ਨਹੀਂ ਕੀਤਾ, ਲੇਕਿਨ ਫਿਰ ਵੀ ਜਦੋਂ ਮੈਂ ਕੋਰਸ ਕਰਦਾ ਸੀ ਪਾਇਲਟ ਦਾ, ਫਲਾਈਂਗ ਐਵੀਏਸ਼ਨ ਕਲੱਬ, ਰਾਜਸਥਾਨ ਐਵੀਏਸ਼ਨ ਕਲੱਬ, ਤਾਂ ਮੇਰੇ ਦੋਸਤ ਮੈਨੂੰ ਕਿਹਾ ਪਾਇਲਟ ਕਿਆ ਕਰਦੇ ਸਨ। ਤਾਂ ਮੇਰੇ ਦਿਮਾਗ 'ਚ ਸਟ੍ਰਾਈਕ ਹੋਇਆ ਵੀ ਪਾਇਲਟ ਇੱਕ ਵੱਖਰਾ ਜਿਹਾ ਨਾਮ ਹੈ। ਜਸਪਾਲ ਸਿੰਘ ਤਾਂ ਹਜ਼ਾਰਾਂ ਲੱਖਾਂ ਲੋਕ ਹੋਣਗੇ, ਲੇਕਿਨ ਜਸਪਾਲ ਸਿੰਘ ਪਾਇਲਟ ਇਹ ਵੱਖਰਾ। ਸੋ ਜਦੋਂ ਮੇਰੇ ਦੋਸਤ ਕਹਿੰਦੇ ਸੀ, ਮਾਈ ਫਰੈਂਡਸ ਯੂਜ਼ ਟੂ ਕਾਲ ਮੀ ਐਜ਼ ਪਾਇਲਟ, ਤਾਂ ਮੈਂ ਆਪਣੇ ਨਾਮ ਦੇ ਨਾਲ ਸਰਨੇਮ ਪਾਇਲਟ ਲਗਾ ਲਿਆ। ਸੋ ਇੱਕ ਵੱਖਰਾ ਜਿਹਾ ਨਾਮ ਹੈ। ਮੈਂ ਇਸ ਲਾਇਸੈਂਸ ਹੋਲਡਰ ਹਾਂ ਜੀ। ਬਾਕਾਇਦਾ ਮੈਂ 2-3 ਸਾਲ ਬਾਕਾਇਦਾ ਏਅਰਪੋਰਟ, ਰਾਜਸਥਾਨ ਏਅਰਪੋਰਟ ਫਲਾਈਂਗ ਦੀ ਟ੍ਰੇਨਿੰਗ ਲਈ ਹੈ। ਸਾਡੇ ਵਿੱਚ ਇੱਕ ਅਭਿਆਸ ਹੁੰਦਾ ਹੈ, ਐਕਸਰਸਾਈਜ਼ ਹੁੰਦੀ ਕ੍ਰਾਸ ਕੰਟਰੀ। ਅੰਮ੍ਰਿਤਸਰ ਤੋਂ ਜਲੰਧਰ ਲੈ ਕੇ ਜਾਣਾ ਜਹਾਜ਼, ਅੰਮ੍ਰਿਤਸਰ ਤੋਂ ਪਟਿਆਲੇ ਲੈ ਕੇ ਜਾਣਾ, ਉਹ ਵੀ ਇੱਕ ਐਕਸਰਸਾਈਜ਼ ਹੁੰਦੀ ਕ੍ਰਾਸ ਕੰਟਰੀ ਦੀ। ਸੋ ਉਹ ਵੀ ਮੈਂ ਕੁਝ ਕੀਤੇ ਆ, ਇਸ ਕਰਕੇ ਜਿਹੜਾ ਮੈਂ ਆਪਣੇ ਨਾਮ ਦੇ ਨਾਲ ਇਹ ਪਾਇਲਟ ਜੋੜ ਲਿਆ ਜੀ। ਬਹੁਤ ਹੀ ਵਧੀਆ ਗੱਲ ਔਰ ਬੜਾ ਚੰਗਾ ਲੱਗਾ ਸੁਣ ਕੇ, ਕਿਉਂਕਿ ਸਾਰੇ ਦਰਸ਼ਕਾਂ ਨੂੰ ਵੀ ਇਹ ਜਿਹੜਾ ਪਤਾ ਲੱਗ ਗਿਆ ਕਿ ਜਸਪਾਲ ਪਾਇਲਟ ਨਾਂ ਵੈਸੇ ਹੀ ਨਹੀਂ, ਵਾਕਿਆ ਹੀ ਜਹਾਜ਼ ਜਿਹੜੇ ਉਹ ਉਡਾਏ ਆ। ਤੇ ਜ਼ਿੰਦਗੀ ਦੇ ਸਫ਼ਰ ਦੇ ਸੰਬੰਧੀ ਜੇ ਗੱਲ ਕਰੀਏ ਤੇ ਪਾਇਲਟ ਸਾਹਿਬ ਜਿਹੜਾ ਰੰਗਮੰਚ ਨਾਲ ਸੰਬੰਧਿਤ, ਜਿਹੜਾ ਅਦਾਕਾਰੀ ਨਾਲ ਜਿਹੜਾ ਸੰਬੰਧਿਤ ਤੁਸੀਂ ਸਫ਼ਰ ਜਿਹੜਾ ਸੀ, ਉਹ ਕਿਹੜੇ ਸਨ ਤੋਂ ਜਾਂ ਕਿੰਨੇ ਸਾਲਾਂ ਤੋਂ ਜਿਹੜਾ ਵਾ ਉਹ ਕਰ ਰਹੇ ਹੋ। ਰਾਮਪੁਰਾ ਸਾਹਿਬ ਬਚਪਨ ਤੋਂ ਹੀ ਕਲਾਕਾਰੀ ਸ਼ੁਰੂ ਹੋ ਜਾਂਦੀ। ਦੇਖੋ ਬੱਚਾ ਕਦੇ ਜ਼ਿੱਦ ਕਰਦਾ ਹੈ, ਬੱਚਾ ਮਾਂ ਪਿਓ ਕੋਈ ਗੱਲ ਨਹੀਂ ਮੰਨਦੇ, ਕੋਈ ਉਹਨੂੰ ਡਿਮਾਂਡ ਕਰਨੀ ਹੁੰਦੀ ਤਾਂ ਰੁੱਸਦਾ ਹੈ। ਉਹਦੇ ਐਕਸਪ੍ਰੈਸ਼ਨਸ ਦੇਖੋ, ਹਰ ਬੱਚੇ ਬਚਪਨ ਤੋਂ ਹੀ ਇੱਕ ਕਲਾਕਾਰੀ ਉਹਦੇ ਅੰਦਰ ਕਲਾਕਾਰ ਹੁੰਦਾ ਹੈ। ਸੋ ਹਰ ਇੱਕ ਅੰਦਰ ਕਲਾਕਾਰ ਹੁੰਦਾ। ਸੋ ਬਚਪਨ 'ਚ ਜਵਾਨੀ ਦੇ ਵਿੱਚ ਬਹੁਤ ਸਾਰੇ ਜਿਹੜੇ ਮੈਨੂੰ ਯਾਦ ਆਉਂਦੇ ਸੀ, ਮੈਂ ਇਹੋ ਜਿਹੇ ਐਕਸਪ੍ਰੈਸ਼ਨ ਕਰਦਾ ਸੀ, ਇਹ ਕੁਝ ਕਰਦਾ ਸੀ ਕਿ ਰੁੱਸਣਾ, ਮਨਾਉਣਾ, ਲੜਨਾ ਝਗੜਨਾ। ਇਹ ਵੀ ਜਦੋਂ ਕੈਮਰੇ ਸਾਹਮਣੇ ਆਉਂਦਾ ਤਾਂ ਉਹ ਐਕਟਿੰਗ ਹੋ ਜਾਂਦੀ, ਅਦਰਵਾਈਜ਼ ਇਹ ਨੈਚੁਰਲ ਹੁੰਦਾ। ਲੇਕਿਨ ਬਾਕਾਇਦਾ ਤੌਰ 'ਤੇ ਕਾਲਜ ਟਾਈਮ ਵਿੱਚ ਮੈਂ ਆਪਣੇ ਦੋਸਤਾਂ ਨਾਲ ਛੋਟੀ ਸਕਿੱਟਾਂ ਕਰਿਆ ਕਰਦਾ ਸੀ। ਉਸ ਤੋਂ ਬਾਅਦ ਸਨ 1998 ਵਿੱਚ ਮੁਕੇਸ਼ ਕੁੰਦਰਾ ਜੀ ਦੇ ਜਿਹੜੇ ਗੁਰੂ ਜੀ ਨੇ ਕ੍ਰੀਏਟਿਵ ਇੰਸਟੀਚਿਊਟ ਆਫ ਸਟੇਜ ਐਂਡ ਸਕਰੀਨ, ਉਹਨਾਂ ਦਾ ਸੰਪਰਕ 'ਚ ਆਇਆ। ਅਤੇ ਉਹਨਾਂ ਦਿਨਾਂ ਵਿੱਚ ਇੱਕ ਜੇਈ ਹੁੰਦੇ ਸਨ ਰਿਸ਼ਭ ਮਿਡਾਰ ਜੀ,
ਉਹਨਾਂ ਨੇ ਫਿਲਮ ਜਦੋਂ ਇੱਕ ਦੌਰ ਚੱਲਦਾ ਸੀ VHS ਦਾ, ਟੈਲੀਫਿਲਮਾਂ ਦਾ ਦੌਰ ਸੀ 1998 'ਚ, ਮੇਰੀ ਜਿਹੜੀ ਪਹਿਲੀ ਆਈ ਹੈ ਫਿਲਮ ਟੈਲੀਫਿਲਮ ਬਿਜਲੀ ਚੋਰੀ, ਉਹਦੇ ਵਿੱਚ ਮੈਂ ਜੇਈ ਦਾ ਕੰਮ ਕੀਤਾ ਸੀ। ਤੇ ਉਸ ਦੌਰਾਨ ਜਿਹੜੇ ਮਿਊਜ਼ਿਕ ਟੀਚਰ ਰਹੇ ਨੇ ਵਿਸ਼ਵਾਜੀਤ ਜੀ ਗੜਵਾਲੀ ਚੌਂਕ ਤੋਂ, ਉਹਨਾਂ ਦੇ ਨਾਲ ਦੂਰਦਰਸ਼ਨ ਤੇ ਜਿਹੜੇ ਦੇਸ਼ ਪਿਆਰ ਦੇ ਗੀਤ ਚੱਲਦੇ ਸੀ ਉਹ ਵੀ ਗਰੁੱਪ ਸੌਂਗ 'ਚ ਗਾਉਂਦਾ ਰਿਹਾ। ਕਾਲਜ ਟੀਮ 'ਚ ਮੈਂ ਗਰੁੱਪ ਸੌਂਗ 'ਚ ਟੀਮ 'ਚ ਰਿਹਾ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਗਾਇਕੀ ਵੀ ਮੇਰਾ ਸ਼ੌਕ ਸੀ, ਲੇਕਿਨ ਐਲਬਮ ਕੱਢਣ ਦਾ, ਕੈਸੇਟ ਕੱਢਣ 'ਤੇ ਬਹੁਤ ਪੈਸੇ ਲੱਗਦੇ ਸਨ। ਤੇ ਵੈਸੇ ਮੈਂ ਮਾਸਟਰ ਓਮ ਪ੍ਰਕਾਸ਼ ਜੀ ਭਾਰਤੀ ਸੰਗੀਤ ਕਲਾ ਮੰਦਰ ਤੋਂ BA ਸੈਕੰਡ ਈਅਰ ਵੀ ਬਕਾਇਦਾ ਕਲਾਸੀਕਲ ਦੀ ਕੀਤੀ ਹੈ ਜੀ। ਬਹੁਤ ਹੀ ਖੁਸ਼ੀ ਦੀ ਗੱਲ ਜੀ ਕਿ ਤੁਸੀਂ ਮੁਕੇਸ਼ ਕੁੰਦਰਾ ਜੀ ਦਾ ਨਾਂ ਲਿਆ। ਸਾਡੇ ਵੀ ਬੜੇ ਮਾਣਯੋਗ ਨੇ, ਬੜੇ ਅਦਬ ਤੇ ਸਤਿਕਾਰ ਦੇ ਨਾਲ ਅਸੀਂ ਮੁਕੇਸ਼ ਕੁੰਦਰਾ ਜੀ ਉਹਨਾਂ ਦਾ ਹਮੇਸ਼ਾ ਹੀ ਨਾਂ ਲੈਂਦੇ ਆ, ਕਿਉਂਕਿ ਉਹਨਾਂ ਕੋਲ ਬੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਿੱਖਣ ਨੂੰ ਮਿਲਦੀਆਂ, ਸਿਰ ਨਿਵਾਉਂਦੇ ਉਹਨਾਂ ਦੀ ਕਲਾ ਨੂੰ। ਤੇ ਜੇ ਮੈਂ ਅਗਲੀ ਗੱਲ ਕਰਾਂ ਤੇ ਹੁਣ ਤੱਕ ਤੁਸੀਂ ਕਿੰਨੇ ਕੁ ਜਿਹੜੇ ਆ ਉਹ ਫਿਲਮ ਡਾਇਰੈਕਟਰਾਂ ਦੇ ਨਾਲ, ਡਰਾਮਾ ਡਾਇਰੈਕਟਰਾਂ ਦੇ ਨਾਲ ਕੰਮ ਕਰ ਚੁੱਕੇ ਹੋ, ਔਰ ਕੌਣ ਡਾਇਰੈਕਟਰ ਨੇ ਜਿਨ੍ਹਾਂ ਨਾਲ ਤੁਸੀਂ ਵਕਤ ਲਗਾਇਆ, ਜ਼ਿੰਦਗੀ ਦਾ ਸਫ਼ਰ ਜਿਹੜਾ ਤੈਅ ਕੀਤਾ? ਸ਼ੁਰੂਆਤ ਮੇਰੀ ਮੁਕੇਸ਼ ਕੁੰਦਰਾ ਜੀ ਨਾਲ 2002 'ਚ ਵੀ ਸੀਰੀਅਲ ਬਣਾਇਆ ਸੀ ਚੰਦਰੀ ਨੇ ਪੱਟ ਸੁੱਟਿਆ ਨਸ਼ੇ ਤੇ। ਉਸ ਤੋਂ ਬਾਅਦ ਗੁਰਿੰਦਰ ਸਿੰਘ ਨਾਲ ਕੁਝ ਨਾਟਕ ਕੀਤੇ ਨਾਟਸ਼ਾਲਾ ਵਿੱਚ। ਫਿਰ KP ਥੀਏਟਰ ਗਰੁੱਪ ਹੈ, ਅਮਨ ਨਾਲ ਬਹੁਤ ਜੁੜਿਆ ਰਿਹਾ, ਅਮਨ ਭਾਰਦਵਾਜ ਜੀ। ਉਸ ਦੇ ਨਾਲ ਫਿਰ ਮਕਨਾ ਸਾਹਿਬ ਮਿਲਦੇ ਸਨ, ਬਹੁਤ ਉਹਨਾਂ ਮੋਟੀਵੇਟ ਕੀਤਾ। ਤੇ 2013 'ਚ ਫਿਲਮ ਬਣੀ ਸੀ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ, ਇਹ ਧਾਰਮਿਕ ਇਤਿਹਾਸ ਦੀ ਫਿਲਮ ਹੈ। ਉਹਦੇ ਵਿੱਚ ਜਿਹੜਾ ਪਹਿਲਾ ਸਿੱਖ ਅਕਾਲੀ ਦਲ ਦਾ ਪ੍ਰਧਾਨ ਹੈ ਸਰਮੁਖ ਸਿੰਘ ਝਬਾਲ, ਉਹ ਮੈਨੂੰ ਰੋਲ ਕਰਨ ਦਾ ਮੌਕਾ ਮਿਲਿਆ। ਜਗਮੀਤ ਸਿੰਘ ਸਮੁੰਦਰੀ, ਉਹ ਮੇਰਾ ਸਿਲਵਰ ਸਕਰੀਨ ਦੇ ਵਿੱਚ ਪਹਿਲਾ ਜਿਹੜਾ ਮੇਰੀ ਐਂਟਰੀ ਸੀ। ਸੋ ਉਹਦੇ ਵਾਸਤੇ ਮਕਨਾ ਸਾਹਿਬ ਮੇਰੇ ਗੋਡਫਾਦਰ ਨੇ, ਤੇ ਜਗਮੀਤ ਸਮੁੰਦਰੀ ਜੀ ਤੇ ਅਨਿਲ ਢਾਂਡਾ ਜੀ DOP, ਬਹੁਤ ਕੁਝ ਸਿੱਖਿਆ, ਬਹੁਤ ਅੱਛਾ ਕੀਤਾ। ਉਸ ਦੇ ਨਾਲ ਫਿਰ ਨਗਿੰਦਰ ਗੱਖੜ ਜੀ ਜਿਹੜੇ, ਉਹਨਾਂ ਨਾਲ ਮੈਂ ਜੁੜਿਆ, ਕੁਝ ਨਾਟਕ ਕੀਤੇ, ਅੱਛਾ ਲੱਗਾ, ਸੁਭਾਅ ਰਲੇ, ਦਿਲ ਰਲਿਆ। ਫਿਰ ਉਹਨਾਂ ਨੇ ਮੈਨੂੰ ਸੌਂਗ ਐਂਡ ਡਰਾਮਾ ਡਿਵੀਜ਼ਨ ਸੈਂਟਰਲ ਗਵਰਨਮੈਂਟ ਵੱਲੋਂ, ਪੰਜਾਬ ਆਊਟਰੀਚ ਬਿਊਰੋ ਵੱਲੋਂ ਬਕਾਇਦਾ ਜਿਹੜੇ ਰਜਿਸਟਰਡ ਐਕਟਰ ਹੈ ਉਹ ਪਾਸ ਕਰਵਾਇਆ। ਤੇ ਉਹਨਾਂ ਨਾਲ ਬਹੁਤ ਸਾਰੇ ਪੂਰੇ ਪੰਜਾਬ 'ਚ ਮੈਂ ਨੁੱਕੜ ਨਾਟਕ ਕੀਤੇ। ਇਹਦੇ ਨਾਲ ਜੇਕਰ ਵੀਡੀਓ ਦੀ ਗੱਲ ਕਰੀਏ ਤਾਂ ਦੀਪ RD, ਉਹਨਾਂ ਨਾਲ ਬਹੁਤ ਅੱਛੇ ਜਿਹੜੇ ਨੰਬਰ ਹੈ ਉਹ ਗਾਣੇ ਕੀਤੇ ਹੈ। ਜਤਿੰਦਰ ਜੀਤੂ ਜੀ, ਉਹਨਾਂ ਨਾਲ ਇੱਕ ਫਿਲਮ ਕੀਤੀ ਸੀ, ਉਸ ਦੇ ਨਾਲ ਮੈਂ 3-4 ਗਾਣੇ ਕੀਤੇ ਆ। ਪਰ ਇੱਕ ਜ਼ਰੂਰ ਕਹਿਣਾ ਕਿ ਮੈਂ ਜਿੰਨੇ ਵੀ ਵੀਡੀਓ ਕੀਤੇ ਆ ਉਹਨਾਂ 'ਚੋਂ ਜ਼ਿਆਦਾਤਰ ਜੀਤੂ ਜੀ ਨੇ ਮੈਨੂੰ ਮਾਰਿਆ ਜੀ, ਮੇਰੀ ਮੌਤ ਹੋਈ ਹੈ। ਤੇ ਹੁਣ ਬੜਾ ਅੱਛਾ ਪੋਜ਼ਿਟਿਵ ਜਿਹੜੇ ਆਪਾਂ ਵੀਡੀਓ ਕੀਤੇ ਆ। ਰੀਸੈਂਟਲੀ ਮੇਰਾ ਇੱਕ ਵੀਡੀਓ ਆਇਆ ਨੇਹਾ ਕੱਕੜ ਜੀ ਨਾਲ, ਜਿਹਨੂੰ 3 ਕਰੋੜ ਤੋਂ ਜ਼ਿਆਦਾ ਵਿਊਜ਼ ਆ ਚੁੱਕੇ। ਇਹਦੇ ਵਾਸਤੇ ਮੈਂ ਰਾਮ ਔਜਲਾ ਜੀ ਐਕਟਰ ਨੇ ਫਗਵਾੜੇ ਤੋਂ, ਉਹਨਾਂ ਨੇ ਰੈਫਰ ਕੀਤਾ ਸੀ। ਤੇ ਮੋਨਿਕਾ ਜੀ ਕਾਸਟਿੰਗ ਡਾਇਰੈਕਟਰ ਨੇ ਚੰਡੀਗੜ੍ਹ ਤੋਂ। ਮੈਂ ਕੋਟਾਨ ਕੋ ਧੰਨਵਾਦ ਕਰਦਾ ਕਿਉਂਕਿ ਬ੍ਰੇਕਅਪ ਬਹੁਤ ਅੱਛਾ ਗਾਣੇ ਦੇ ਵਿੱਚ, ਜਿਹਨੂੰ 3 ਕਰੋੜ 3.25 ਕਰੋੜ ਵਿਊਜ਼ ਮਿਲਣ। ਤੇ ਜਿੰਨੇ ਮੈਨੂੰ ਮੇਰੇ ਜਾਣਕਾਰ ਨੇ, ਕੋਈ ਮੇਰੇ ਨਾਲ ਸੈਲਫੀ ਲੈਂਦਾ ਹੈ, ਕੋਈ ਮੇਰੇ ਨਾਲ ਵੀਡੀਓ ਕਾਲ ਕਰਕੇ ਆਪਣੇ ਸਟੇਟਸ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜ਼ਿੰਦਗੀ 'ਚ ਕੋਈ ਨਾ ਕੋਈ ਮੋੜ ਆਉਂਦਾ ਹੈ। ਸੋ ਇਸ ਜਿੰਨੇ ਵੀ ਡਾਇਰੈਕਟਰਸ ਨੇ, ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਸਿੱਖਿਆ। ਮਹਾਵੀਰ ਭੁੱਲਰ ਜਿਹੜੇ ਬਹੁਤ ਵੱਡੇ ਐਕਟਰ ਨੇ, ਉਹਨਾਂ ਨਾਲ ਵੀ ਕੰਮ ਕੀਤਾ। ਫਿਰ ਇੱਕ ਡਾਇਰੈਕਟਰ ਨੇ ਮਲਿਕ ਜੀ ਜਿਨ੍ਹਾਂ ਨੇ ਜਲ ਦਾ ਵਾਟਰ ਫਿਲਮ ਜਿਹੜੀ ਆਸਕਰ ਵਾਸਤੇ ਨੋਮੀਨੇਟ ਹੋਈ ਸੀ, ਉਹਦੇ ਵਾਸਤੇ ਬੈਂਡ ਆਫ ਮਹਾਰਾਜਾ ਜਿਹੜੀ ਹਿੰਦੀ ਫਿਲਮ ਹੈ, ਮੇਰੀ ਪਹਿਲੀ ਫੀਚਰ ਫਿਲਮ ਹੈ। ਦੇਖਦੇ ਹਾਂ ਕਦੋਂ ਰਿਲੀਜ਼ ਹੁੰਦੀ, ਮੋਸਟ ਪ੍ਰੋਬਬਲੀ ਇਸ ਸਾਲ ਰਿਲੀਜ਼ ਹੋ ਸਕਦੀ ਹੈ। ਉਸ ਦੌਰਾਨ ਬਹੁਤ ਅੱਛੇ ਕਲਾਕਾਰ ਮਨਦੀਪ ਜੀ ਤੇ ਭੁੱਲਰ ਸਾਹਿਬ, ਮਹਾਵੀਰ ਭੁੱਲਰ ਜੀ, ਇਹਨਾਂ ਸਾਰਿਆਂ ਨਾਲ ਕੰਮ ਕੀਤਾ। ਨਵਰਾਜ ਹੰਸ ਜੀ, ਅਰਜੁਨ ਬਾਜਵਾ ਜੀ, ਤੋਂ ਬਹੁਤ ਸਾਰੇ ਅੱਛੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਲੱਗਾ। तो बहुत कुछ सीखा जी। डायरैक्टर्स ने जिन्हों का मेरी जिंदगी च खास रोल, खास कर नगिंदर गखड़ जी का धन्यवाद करदा जी। बतौर डायरैक्टर मैनू बाहर की धरती ते लैके गए, कि लोगों का सपना है बाहर की धरती जाके पेशकारियां करनियां। सो नगिंदर गखड़ जी ने जिथे इत्थे बहुत सारे सैकड़े नुक्कड़ नाटक, सरकारी नाटक करवाए, ਉਹਦੇ ਨਾਲ अपनी टीम च पहली बार थोड़े समय च मेरी काबलियत या मेरा सुभाव या टीम वर्क ਜਾਂ ਜਦੋਂ ਕਿਸੇ ਨੂੰ ਕੋਈ ਅੱਛਾ ਲੱਗਦਾ ਹੈ ਫਿਰ ਉਹ ਟੀਮ 'ਚ ਜਾਂਦਾ, ਕਿਉਂਕਿ ਬਾਹਰ ਜਾਣਾ ਜਿਹੜਾ ਸਿਰਫ ਕਲਾਕਾਰੀ ਨਹੀਂ, ਇੱਕ ਅੱਛਾ ਇਨਸਾਨ, ਇੱਕ ਅੱਛਾ ਟੀਮ ਵਰਕ ਬਹੁਤ ਜ਼ਰੂਰੀ, ਤਾਲਮੇਲ ਜ਼ਰੂਰੀ ਹੈ। ਸ਼ਾਇਦ ਮੇਰੇ ਅੰਦਰ ਉਹ ਗੁਣ ਸਨ ਜਿਸ ਕਰਕੇ ਉਹਨਾਂ ਦੇ ਗੁਣਾਂ ਦੀ ਪਛਾਣ ਕੀਤੀ ਹੈ, ਉਹ ਮੈਨੂੰ ਲੈ ਕੇ ਗਏ। ਸੋ ਜਿਹੜੇ ਡਾਇਰੈਕਟਰਸ ਨੇ ਉਹਨਾਂ ਵਿੱਚ ਮੈਂ ਨਗਿੰਦਰ ਗਖੜ ਜੀ ਦਾ ਖਾਸ ਧੰਨਵਾਦ ਕਰਦਾ ਜੀ। ਵੱਡੇ ਭਰਾ ਵਜੋਂ, ਗੁਰੂ ਵਜੋਂ, ਉਸਤਾਦ ਵੱਲੋਂ ਬਹੁਤ ਪ੍ਰੋਫੈਸ਼ਨਲ ਨੇ, ਪਿਆਰ ਬਹੁਤ ਦਿੰਦੇ ਆਫ ਸਕਰੀਨ, लेकिन स्टेज ते स्क्रीन वेले किसी का कोई लिहाज नहीं, बहुत सख्त ने। सो उन्होंने सलाम है, सैल्यूट है। परमात्मा जेडे नगिंदर गखड़ जी इस वेले बॉलीवुड के उगे कलाकारां चों एक ने, उन्होंने लम्मी उम्र बख्शे ते चढ़दी कला बख्शे जी। पायलट साहब, बाहर विदेशी धरती की जे तुसीं गल कीती आ, बाहरले मुल्कां दी गल कीती आ, ते बड़ी खुशनसीबी आ कि तुसीं उत्थों तक पहुँचे।
ਪਰ ਸਾਡੇ ਦਰਸ਼ਕ ਜਿਹੜੇ ਉਹ ਇਹ ਵੀ ਜਾਣਨਾ ਚਾਹਣਗੇ, ਮੈਂ ਖੁਦ ਵੀ ਜਾਣਨਾ ਚਾਹੁੰਦਾ ਵਾਂ ਕਿ ਬਾਹਰ ਦੇ ਲੋਕ ਜਿਹੜੇ ਆ ਤੁਹਾਡੇ ਨਾਟਕਾਂ ਨੂੰ ਤੁਹਾਡੀਆਂ ਫਿਲਮਾਂ ਨੂੰ ਜਦੋਂ ਵੇਖਦੇ ਆ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਆ, ਜਾਂ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੁਹਾਡੀ ਫੇਰੀ ਲੱਗੀ ਉੱਧਰ ਦੀ, ਤੇ ਕਿਵੇਂ ਦਾ ਮਹਿਸੂਸ ਕੀਤਾ ਕਿ ਬਾਹਰਲੇ ਪੰਜਾਬੀ ਭਰਾ ਜਿਹੜੇ ਆਪਣੇ ਉਹ ਤੁਹਾਨੂੰ ਕਿਵੇਂ ਦਾ ਮੋਹ ਕਰਦੇ ਆ, ਜਾਂ ਕਿਵੇਂ ਦੀਆਂ ਗੱਲਾਂ ਸੀ ਉਹ ਸਾਂਝੀਆਂ। ਰਾਮਪੁਰਾ ਸਾਹਿਬ ਜੇ ਗੱਲ ਕਰੀਏ, ਦੇਖੋ ਜੀ ਕਹਿੰਦੇ ਪੰਜਾਬੀ ਦੀ ਗੱਲ ਹੈ ਕਿ ਆਪਣੇ ਪਿੰਡ ਦਾ ਕੋਈ ਜਾਨਵਰ ਵੀ ਮਿਲ ਜੇ ਨਾ ਤੇ ਉਹ ਵੀ ਬੜੀ ਖੁਸ਼ੀ ਦੀ ਗੱਲ ਹੁੰਦੀ, ਪਰ ਇਨਸਾਨ ਤਾਂ ਇਨਸਾਨ ਹੈ। ਬਗਾਨੀ ਧਰਤੀ ਜਿਹੜੇ ਰਹਿ ਰਹੇ ਆ, ਸੰਘਰਸ਼ ਕਰ ਰਹੇ ਜਾਂ ਰਹਿ ਰਹੇ ਆਪਣੇ ਪਰਿਵਾਰ ਤੋਂ, ਆਪਣੀ ਮਿੱਟੀ ਤੋਂ, ਆਪਣੇ ਵਤਨ ਤੋਂ, ਪੰਜਾਬ ਤੋਂ, ਪੰਜਾਬੀਅਤ ਤੋਂ ਦੂਰ, ਜਦੋਂ ਕੋਈ ਪੰਜਾਬੀ ਮਿਲਦਾ ਜਿਹੜਾ ਇੱਥੋਂ ਗਿਆ, ਕੋਈ ਪਰਿਵਾਰ ਦਾ ਕੋਈ ਵੀ ਹੋਵੇ, ਤਾਂ ਬਹੁਤ ਨਿੱਘਾ ਸਵਾਗਤ ਕਰਦੇ ਆ। ਮੈਂ ਕਹਿਣਾ ਚਾਹਾਂਗਾ ਜਿੱਥੇ ਅਸੀਂ ਹੱਥ ਰੱਖਦੇ ਹਾਂ, ਜਿੱਥੇ ਅਸੀਂ ਪੈਰ ਰੱਖਦੇ ਹਾਂ, ਉਹ ਆਪਣੀ ਪਲਕਾਂ ਵਿਛਾਉਂਦੇ ਨੇ, ਹੱਥ ਵਿਛਾਉਂਦੇ ਨੇ, ਫੁੱਲ ਵਿਛਾਉਂਦੇ ਨੇ। ਸੋ ਬਹੁਤ ਨਿੱਘ ਤੇ ਪਿਆਰ ਮਿਲਿਆ ਉਹਨਾਂ ਦਾ, ਬਹੁਤ ਖੁਸ਼ੀ ਮਿਲੀ, ਬਹੁਤ ਸਪੋਰਟ ਮਿਲੀ ਜੀ। ਉਹਨਾਂ ਨੇ ਤਨ ਮਨ ਧਨ ਨਾਲ ਸਾਡੀ ਸੇਵਾ ਕੀਤੀ ਜੀ, ਬਹੁਤ ਸੇਵਾ ਕੀਤੀ। ਮਾਇਆ ਕਿੰਨੀ ਕੁ ਕਮਾਈ ਬਾਹਰ ਜਾ ਕੇ? ਗੱਲ ਹੈ ਰਾਮਪੁਰਾ ਸਾਹਿਬ ਕਿ ਸਾਡਾ ਭਾਵੇਂ ਵਰਕ ਵੀਜ਼ਾ ਸੀ, ਲੇਕਿਨ ਵਰਕ ਵੀਜ਼ਾ ਸੀਗਾ ਐਕਟਿੰਗ ਵਾਸਤੇ, ਲੇਕਿਨ ਦੂਜਾ ਕੋਈ ਕੰਮ ਕਰਦੇ ਤਾਂ ਅਸੀਂ ਇਹ ਕਾਨੂੰਨੀ ਤੌਰ 'ਤੇ ਗਲਤ ਹੈ। ਉਸ ਇਸ ਜਿਹੜਾ ਕਾਨੂੰਨ ਨੂੰ ਬਹੁਤ ਫੋਲੋ ਕਰਦਾ। ਜੇਕਰ ਮੈਂ ਹੋਰ ਕਿਸੇ ਢੰਗ ਨਾਲ ਡਾਲਰ ਕਮਾਉਂਦਾ ਫੜਿਆ ਜਾਂਦਾ, ਬਲੈਕ ਲਿਸਟ ਹੁੰਦਾ, ਡਿਪੋਰਟ ਹੋ ਜਾਂਦਾ, ਗਾਂਹ ਵਾਸਤੇ ਮੈਂ ਜਾ ਨਹੀਂ ਸੀ ਸਕਦਾ। ਸੋ ਇਹ ਨਾਲੇ ਕਹਿੰਦੇ ਆ ਚੱਟੀ ਹੱਟੀ ਫਿਰ ਖੱਟੀ, ਨਾਲੇ ਇਹ ਵੀ ਕਰਦੇ ਪਹਿਲੇ ਨਾਮ ਫਿਰ ਦਾਮ। ਸੋ ਆਪਣੇ ਅਸੀਂ ਜੋ ਜਿਹੜੇ ਕੰਮ ਵਾਸਤੇ ਗਏ ਸੀ ਉਹ ਕੀਤਾ। ਡਾਲਰ ਤਾਂ ਨਹੀਂ ਕਮਾਏ ਰਾਮਪੁਰਾ ਸਾਹਿਬ, ਸ਼ੋਹਰਤ ਬਹੁਤ ਕਮਾਈ ਹੈ। ਤੇ ਇਹਦੇ ਵਾਸਤੇ ਸਾਡੀ ਸਾਰੀ ਜਿਹੜੀ ਟੀਮ ਹੈ, ਸ਼ਿੰਦਰ ਸ਼ਰਮਾ ਜੀ ਸਾਡੇ ਟੀਮ ਲੀਡਰ ਬਣ ਕੇ ਗਏ ਸੀ ਫਰੀਦਕੋਟ ਤੋਂ, ਉਹਨਾਂ ਦੇ ਆਪਣਾ ਗਰੁੱਪ ਹੈ, ਤੇ ਨਗਿੰਦਰ ਗੱਖੜ ਭਾਜੀ, ਹੋਰ ਜਿਹੜੀ ਸਾਰੀ ਟੀਮ ਹੈ, ਉਹਨਾਂ ਦਾ ਬਹੁਤ ਸਹਿਯੋਗ ਤੇ ਪਿਆਰ ਮਿਲਿਆ। ਡਾਲਰ ਤਾਂ ਨਹੀਂ ਕਮਾਏ, ਪਰ ਇੱਜ਼ਤ ਤੇ ਸ਼ੋਹਰਤ ਬਹੁਤ ਕਮਾਈ ਹੈ ਜੀ। ਕਮਾਲ ਦੀ ਗੱਲ ਕੀਤੀ ਆ ਪਾਇਲਟ ਸਾਹਿਬ, ਕਿਉਂਕਿ ਸ਼ੋਹਰਤ ਜਿਹੜੀ ਕਮਾਉਣੀ ਆ ਨਾ, ਉਹ ਕਿਸੇ ਦੇ ਹਿੱਸੇ ਆਉਂਦੀ ਆ। ਪੈਸਾ ਬੜੇ ਲੋਕ ਕਮਾ ਲੈਂਦੇ ਆ, ਬੜੇ ਬੜੇ ਸਰਮਾਏਦਾਰ ਲੋਕ ਤੁਹਾਨੂੰ ਮਿਲਣਗੇ, ਪਰ ਸ਼ੋਹਰਤ ਜਿਹੜੀ ਆ ਇਹ ਕਿਸੇ ਦੇ ਨਸੀਬ ਹੁੰਦੀ ਆ। ਤੇ ਤੁਸੀਂ ਬਹੁਤ ਨਸੀਬ ਵਾਲੇ ਹੋ ਕਿ ਤੁਹਾਨੂੰ ਜਿਹੜੀ ਆ ਸ਼ੋਹਰਤ ਬਹੁਤ ਮਿਲੀ ਆ। ਇੱਥੇ ਵੀ ਬਹੁਤ, ਇਹ ਨਹੀਂ ਆ ਕਿ ਬਾਹਰ ਹੀ, ਤੁਹਾਡੀ ਸ਼ੋਹਰਤ ਇੱਥੇ ਵੀ ਬੜੀ ਆ, ਕਿਉਂਕਿ ਤੁਹਾਡੀ ਜਿਹੜੀ ਕਲਾ ਨੂੰ ਸਲਾਮ ਕਰਦੇ ਆ ਲੋਕ, ਤੁਹਾਨੂੰ ਪਿਆਰ ਕਰਦੇ ਨੇ ਲੋਕ। ਤੁਹਾਡੀਆਂ ਜਿੰਨੀਆਂ ਵੀ ਤੁਸੀਂ ਚੀਜ਼ਾਂ ਬਣਾਉਂਦੇ ਹੋ, ਕੋਈ ਲਘੂ ਫਿਲਮ ਬਣਾਉਂਦੇ ਹੋ ਜਾਂ ਤੁਸੀਂ ਕੋਈ ਡਰਾਮਾ ਪੇਸ਼ ਕਰਦੇ ਹੋ, ਉਹਨੂੰ ਲੋਕ ਹੱਸ ਕੇ ਕਬੂਲਦੇ ਆ, ਖਿੜੇ ਮੱਥੇ ਪ੍ਰਵਾਨ ਕਰਦੇ ਆ। ਇਸ ਗੱਲ ਦਾ ਮੈਂ ਖੁਦ ਗਵਾਹ ਹਾਂ। ਪਾਇਲਟ ਸਾਹਿਬ, ਜ਼ਿੰਦਗੀ ਦੇ ਸਫ਼ਰ ਬਾਰੇ ਤੁਹਾਡੇ ਕੀ ਵਿਚਾਰ ਨੇ? ਰਾਮਪੁਰਾ ਸਾਹਿਬ, ਸਫ਼ਰ ਹੈ ਜ਼ਿੰਦਗੀ ਦਾ ਸਫ਼ਰ। किशोर साहब ने बहुत अच्छा गीत गाया, जिंदगी का सफ़र है ये कैसा सफ़र, कोई समझा नहीं कोई जाना नहीं, है ये कैसी डगर चलते हैं सब मगर, कोई समझा नहीं कोई जाना नहीं। सो इत्थे नाल ही किशोर जी ने गाना गाया, जिंदगी एक सफ़र है सुहाना, यहाँ कल क्या हो किसने जाना। सो रामपुरा जी, जिंदगी के सफ़र 'ਚ कई बार होंदा, जो असीं सफ़र 'ਚ चल रहे हाँ, कई बार सानूं लालच आउंदा है, कई बार दिल करदा कि नज़ारे बहुत अच्छे, थोड़ी देर रुक जाइए। लेकिन इत्थे विलियम वर्ड्सवर्थ जिहड़े उन्हां दा लिखिया होया मैनूं याद आंदा है, द वुड्स आर लवली डार्क एंड डीप, माइल्स टू गो बिफोर आई स्लीप, माइल्स टू गो बिफोर आई स्लीप। यानी कि ये नज़ारे कुदरत दे या जो भी है, सफ़र बहुत सोहना, दिल करदा रुक जाइए, लेकिन जदों असीं मंजिल वाल देखते हैं तो असीं कहंदे ये नज़ारे छड्ड दो, असीं मंजिल वाल चलीए। सो कलाकारी जिहड़ी संघर्ष का नाम है, एक मंजिल सर करके फिर शुरुआत तो, कुंदरा साहब कहते हैं एक मंजिल सर करके असीं सैटिस्फाइड नहीं होंदे, फिर शुरुआत तो जीरो तो शुरू होना चाहिए, अगले सफ़र की शुरुआत करनी। सो जिंदगी के अलग अलग पड़ाव, अलग अलग मुकाम ने, अलग अलग सफ़र है जिंदगी जिहड़ी चलती रहे तो ये वधिया। महान गायਕਾਂ ਨੂੰ ਤੁਸੀਂ ਸਾਨੂੰ ਯਾਦ ਕਰਵਾ ਦਿੱਤਾ, ਯਾਦ ਤਾਜ਼ਾ ਕਰਵਾ ਦਿੱਤੀ ਉਹਨਾਂ ਦੀ, ਬੜੇ ਸੋਹਣੇ ਅਲਫਾਜ਼ਾਂ ਦੇ ਨਾਲ ਤੁਸੀਂ ਜਿਹੜੀ ਇਹ ਗੱਲ ਕੀਤੀ ਆ। ਕੋਈ ਹੋਰ ਜਿਹੜੇ ਆ ਤੁਸੀਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਬਾਰੇ ਜੋ ਤੁਹਾਡੇ ਬਹੁਤ ਨਜ਼ਦੀਕੀ ਹੋਣ, ਕੋਈ ਗੱਲ ਕਰ ਸਕਦੇ ਹੋ? हाँ बिल्कुल जी, जसवंत मिंटू ने, चौधरी चीकू नाम से कहने अल्फाज थिएटर ग्रुप है, बहुत अच्छा, बड़ा लकी जगह है जिथों मैंने हिंदी फिल्म की एक ब्रेक मिली ऑडिशन दे के। सो उस जगह मैं मुकद्दस मानदा। जे असी कहने अमृतसर दा मक्का मदीना नाटशाला है, मक्का साढ़े कलाकारां दा,
ਤੇ ਵਿਰਸਾ ਵਿਹਾਰ ਮਦੀਨਾ ਹੈ। ਤਾਂ ਬਹੁਤ ਸਾਰੇ ਜਗ੍ਹਾ ਜਿਹੜੇ ਪੂਜਨਯੋਗ ਹੁੰਦੇ ਸਾਡੇ ਵਾਸਤੇ ਲੱਕੀ ਹੁੰਦੇ ਆ। ਸੋ ਅਲਫਾਜ਼ ਥੀਏਟਰ ਗਰੁੱਪ, ਵਿੰਕਲ ਜੀ, ਵਿੰਕਲ ਸੁਦੇਸ਼ ਫਰਿਸ਼ਤਾ, ਇਹ ਸਾਰੇ ਅਸੀਂ ਟੀਮ ਤੌਰ ਤੇ ਕ੍ਰੀਏਟਿਵ ਤੋਂ ਨਿਕਲੇ ਨੇ। ਕਿਤੇ ਨਾ ਕਿਤੇ ਇੱਕ ਦੂਜੇ ਦੀ ਸਪੋਰਟ ਕਰਦੇ ਆ, ਇੱਕ ਦੂਜੇ ਨਾਲ ਚੱਲਦੇ ਆ, ਇੱਕ ਦੂਜੇ ਦੀ ਇੰਸਪੀਰੇਸ਼ਨ ਦਿੰਦੇ ਆ। ਇੱਕ ਦੂਜੇ ਜਿਹੜੇ ਅਸੀਂ ਵੀਡੀਓਜ਼ ਨੇ ਜਾਂ ਜੋ ਸਾਡੇ ਵਿਚਾਰ ਨੇ ਉਹ ਅਸੀਂ ਇੱਕ ਦੂਜੇ ਨਾਲ ਜਿਹੜੇ ਉਸ ਨੂੰ ਮੋਟੀਵੇਟ ਕਰਦੇ ਆ, ਉਹਦੀ ਤਾਰੀਫ ਕਰਦੇ। ਕਿਉਂਕਿ ਚੰਗੇ ਕੰਮ ਦੀ ਤਾਰੀਫ ਹੋਣੀ ਬਹੁਤ ਜ਼ਰੂਰੀ ਹੈ। ਤਾਰੀਫ ਜਦੋਂ ਮਿਲਦੀ ਹੈ ਤਾਂ ਇਨਸਾਨ ਦਾ ਹੌਸਲਾ ਵੱਧਦਾ, ਉਹ ਅੱਗੇ ਵੱਧ ਕੇ ਕੰਮ ਕਰਦਾ ਹੈ। ਇਸੇ ਤਰ੍ਹਾਂ ਮੈਂ ਥੋੜ੍ਹੀ ਗੱਲ ਕਰਨਾ ਚਾਹਾਂਗਾ ਕਿ ਤੁਹਾਡੇ ਸਵਾਲ ਕਰਨ ਤੋਂ ਪਹਿਲਾਂ ਕਿ ਅਵਾਰਡਸ, ਜ਼ਿੰਦਗੀ 'ਚ ਰਿਵਾਰਡ ਤੇ ਅਵਾਰਡ ਦੋ ਚੀਜ਼ਾਂ ਨੇ। ਰਿਵਾਰਡ ਲੋਕਾਂ ਦੀ ਤਾਲੀਆਂ ਨੇ, ਇਹ ਰਿਵਾਰਡਸ ਹੈ। ਤੁਸੀਂ ਜਦੋਂ ਪਰਫਾਰਮ ਕਰਦੇ ਹੋ, ਜਦੋਂ ਤੁਹਾਨੂੰ ਕੈਸ਼ ਮਿਲਦਾ, ਅੱਜ ਤੁਸੀਂ ਘੱਟ ਪੈਸੇ ਲੈ ਰਹੇ, ਕੱਲ੍ਹ ਤੁਹਾਨੂੰ ਜ਼ਿਆਦਾ ਪੈਸੇ ਮਿਲਦੇ, ਤੁਹਾਡਾ ਰਿਵਾਰਡ ਹੈ। ਲੇਕਿਨ ਜਨਤਾ ਦੇ ਵਿੱਚ ਕੁਝ ਅਵਾਰਡਸ ਹੁੰਦੇ, ਉਹ ਵੀ ਤੁਹਾਨੂੰ ਮਿਲਣੇ। ਇਹ ਵੀ ਇੱਕ ਕਲਾਕਾਰਾਂ ਦੀ ਇੱਕ ਖਾਹਿਸ਼ ਹੁੰਦੀ ਹੈ। ਜਦੋਂ ਤੁਹਾਡੇ ਕੰਮ ਨੂੰ ਪਹਿਚਾਣ ਮਿਲਦੀ, ਕੁਝ NGOs ਜਾਂ ਕੁਝ ਲੋਕ ਜਾਂ ਜ਼ਿਲ੍ਹਾ ਪ੍ਰਸ਼ਾਸਨ ਤੁਹਾਨੂੰ ਅਵਾਰਡ ਦਿੰਦਾ ਹੈ, ਉਹ ਤੁਹਾਡੇ ਵਾਸਤੇ ਮਾਣ ਦੀ ਗੱਲ ਹੈ, ਤੁਹਾਡੀ ਇੱਕ ਉਪਲਬਧੀ, ਤੁਹਾਡੀ ਅਚੀਵਮੈਂਟ ਹੈ। ਸੋ ਜ਼ਿੰਦਗੀ 'ਚ ਜਿਹੜੇ ਮੇਰੇ ਦੋਸਤ ਨੇ, ਮੇਰੇ ਰਹਿਬਰ ਨੇ, ਮੇਰੇ ਜਿਹੜੇ ਸ਼ੁਭ ਇੱਛਾ ਦੇਣ ਵਾਲੇ ਨੇ, ਤੇ ਜਿਹੜੇ ਮੇਰੇ ਗੁਰੂ ਲੋਕ ਨੇ, ਗੁਰੂ ਜਨ ਨੇ, ਉਹਨਾਂ ਦੇ ਆਸ਼ੀਰਵਾਦ ਨਾਲ, ਸ਼ੁਭ ਇੱਛਾਵਾਂ ਨਾਲ ਕੁਝ ਅਵਾਰਡ ਮੈਂ ਹਾਸਲ ਕੀਤੇ ਆ। ਜਿਵੇਂ ਗੁਰਦਿਆਲ ਸਿੰਘ ਫੁੱਲ ਯਾਦਗਾਰੀ ਅਵਾਰਡ ਲਾਈਫ ਅਚੀਵਮੈਂਟ, ਉਸ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੋਸ਼ਲ ਵਰਕ ਵਾਸਤੇ ਡਿਸਟ੍ਰਿਕਟ ਅਵਾਰਡੀ, ਤੁਸੀਂ ਦੇਖਿਓ ਨਾ ਫੇਸਬੁੱਕ ਦੇ ਵਿੱਚ ਪਾਇਲਟ ਜਸਪਾਲ ਡਿਸਟ੍ਰਿਕਟ ਅਵਾਰਡੀ। ਤੇ ਕਈਆਂ ਨੂੰ ਨਹੀਂ ਪਤਾ ਡਿਸਟ੍ਰਿਕਟ ਅਵਾਰਡੀ ਕੀ ਹੈ। ਤਾਂ ਡਿਸਟ੍ਰਿਕਟ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਨੂੰ ਸੋਸ਼ਲ ਵਰਕ ਵਾਸਤੇ, ਸੋਸ਼ਲ ਐਕਟਿਵਿਸਟ ਆ, ਬੂਟੇ ਲਗਾਉਣੇ, ਗਰੀਬਾਂ ਦੀ ਮਦਦ ਕਰਨੀ। ਤੇ ਪਿਛਲੇ ਸਾਲ ਬਹੁਤ ਮਹਾਮਾਰੀ ਦੇ ਦੌਰ ਵਿੱਚ, ਕਰੋਨਾ ਕਾਲ ਦੌਰਾਨ ਵੀ ਮੈਂ, ਰੱਬ ਜਾਣਦਾ ਜੱਗ ਨਹੀਂ ਜਾਣਦਾ, ਕੋਈ ਜੱਗ ਨਹੀਂ ਰੱਬ ਜਾਣਨਾ ਚਾਹੀਦਾ, ਰੱਬ ਗਵਾਹ ਹੋਣਾ ਚਾਹੀਦਾ। ਤੇ ਕਿਸੇ ਦੀ ਮਦਦ ਕਰੀਏ, ਮੈਨੂੰ ਪਤਾ, ਉਸ ਨੂੰ ਪਤਾ, ਬਹੁਤ ਸਾਰੇ ਦੋਸਤਾਂ ਮਿੱਤਰਾਂ ਦੀ, ਲੋੜਵੰਦਾਂ ਦੀ, ਕਲਾਕਾਰਾਂ ਦੀ ਅਸੀਂ ਗਰੁੱਪ ਤੌਰ ਤੇ, ਆਪਣੇ ਤੌਰ ਤੇ ਮਦਦ ਕੀਤੀ ਹੈ। ਕੁਝ NGOs ਨੇ ਨੂੰ ਪਤਾ ਲੱਗਾ ਵੀ ਇਹ ਵਾਕਈ ਇਹ ਬੰਦਾ ਸੋਸ਼ਲ ਐਕਟਿਵਿਸਟ ਹੈ, ਉਹਨਾਂ ਨੇ ਮੈਨੂੰ ਸਨਮਾਨਿਆ, ਅਵਾਰਡ ਦਿੱਤਾ। ਸੋ ਮੈਂ ਸਾਰਾ ਬਹੁਤ ਧੰਨਵਾਦੀ। ਜਦੋਂ ਸਾਨੂੰ ਰਾਮਪੁਰਾ ਸਾਹਿਬ ਕੋਈ ਵੀ ਅਵਾਰਡ ਮਿਲਦਾ ਨਾ, ਤੇ ਅਵਾਰਡ ਲੈਣ ਤੋਂ ਬਾਅਦ ਸਾਡੇ ਇੱਕ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਸਾਡੇ ਵੱਲ ਲੋਕਾਂ ਦੀ ਕੁਝ ਖਾਸ ਉਮੀਦਾਂ ਨੇ ਤੇ ਸਾਨੂੰ ਇਸ ਤੋਂ ਕੁਝ ਵੱਧ ਕੇ ਕਰਨਾ ਚਾਹੀਦਾ। ਸੋ ਮੈਂ ਕੋਸ਼ਿਸ਼ ਕਰਾਂਗਾ ਪਰਮਾਤਮਾ ਸਿਹਤ ਬਖਸ਼ੇ, ਇਹਨਾਂ ਦੀ ਸ਼ੁਭ ਇੱਛਾਵਾਂ ਨਾਲ ਰਹਿਣ, ਪਰਮਾਤਮਾ ਬਲ ਬਖਸ਼ੇ। ਕਲਾਕਾਰੀ ਵਿੱਚ ਲੋਕਾਂ ਨੂੰ ਐਂਟਰਟੇਨ ਕਰਨਾ ਤੇ ਨਾਲ ਐਜ਼ ਅ ਸੋਸ਼ਲ ਐਕਟਿਵਿਸਟ, ਇਕੋ ਬੈਲੈਂਸ, ਬੂਟੇ ਲਾਉਣ ਤੋਂ ਲੈ ਕੇ ਲੋਕ ਸੇਵਾ ਕਰਨੀ ਵਿੱਚ ਮੈਂ ਚੱਲਦਾ ਰਹਾਂ ਜੀ। ਬਹੁਤ ਸੋਹਣੀ ਗੱਲ। ਔਰ ਨਾਲ ਹੀ ਮੈਂ ਇੱਕ ਸਵਾਲ ਹੋਰ ਮੇਰਾ ਕਿ ਕੋਈ ਜ਼ਿੰਦਗੀ ਦੀ ਤੁਹਾਡੀ ਅਭੁੱਲ ਯਾਦ, ਕੋਈ ਉਹ ਘਟਨਾ ਜਿਹੜੀ ਤੁਹਾਨੂੰ ਬੜੀ ਯਾਦ ਆਉਂਦੀ ਹੋਵੇ? ਬਿਲਕੁਲ ਜੀ, ਘਟਨਾਵਾਂ ਤਾਂ ਬਹੁਤ ਸਾਰੀਆਂ ਹੁੰਦੀਆਂ, ਲੇਕਿਨ ਕਿਉਂਕਿ ਮੇਰੇ ਨਾਮ ਦੇ ਨਾਲ ਪਾਇਲਟ ਜੁੜਿਆ, ਤੇ ਮੈਂ ਜਦੋਂ ਪਾਇਲਟ ਦਾ ਕੋਰਸ ਕਰਦਾ ਸੀ ਤੇ ਹਮੇਸ਼ਾ ਉਹ 2 ਸੀਟਰ ਸੀ। ਪਹਿਲੇ, ਅੱਜ ਕੱਲ੍ਹ 4 ਸੀਟਰ ਆ ਗਿਆ। 2 ਸੀਟਰ ਮੇਰੇ ਬੌਸ ਜਾਂਦੇ ਸਨ, ਇੱਕ ਬੌਸ ਇੱਕ ਅਸੀਂ ਹੁੰਦੇ, 2 ਜਾਣੇ। ਇੱਕ ਦਿਨ ਸਵੇਰੇ 5 ਵਜੇ ਬੁਲਾ ਰਿਹਾ, 27 ਮਈ ਸਵੇਰ ਦੀ ਗੱਲ, 5 ਵਜੇ ਤੂੰ ਆ ਜੀ। ਜਸਪਾਲ ਚਲਾ ਗਿਆ। ਉਹਨਾਂ ਨੇ ਲਗਾਤਾਰ 3 ਚੱਕਰ, 4 ਚੱਕਰ, 5 ਚੱਕਰ, 6 ਚੱਕਰ ਲਗਵਾਏ। ਥੱਲੇ ਉਤਰ ਕੇ ਕਹਿੰਦੇ ਜਾ ਬਈ, ਤੈਨੂੰ ਆਸ਼ੀਰਵਾਦ ਹੈ। ਉਹਨਾਂ ਆਸ਼ੀਰਵਾਦ ਦਿੱਤਾ, ਜਾ ਇਕੱਲੇ ਲੈ ਕੇ ਜਹਾਜ਼ ਜਾ। ਸੋ ਇੱਕ ਪਾਇਲਟ ਦੀ ਜ਼ਿੰਦਗੀ 'ਚ ਸੋਲੋ ਫਲਾਈਟ, ਇਕੱਲੇ ਜਹਾਜ਼ ਉਡਾਉਣਾ, ਉਹ ਇੱਕ ਬਹੁਤ ਵੱਡੀ ਗੱਲ ਹੈ। ਦੇਖੋ, ਜਿਵੇਂ ਬੱਚਾ ਪਹਿਲਾਂ ਬੋਲਣਾ ਸਿੱਖਦਾ ਹੈ, ਚੱਲਣਾ ਸਿੱਖਦਾ ਹੈ, ਪਹਿਲੀ ਵਾਰੀ ਸਟੇਜ ਪਰਫਾਰਮ ਕਰਦਾ ਹੈ, ਸੋ ਜ਼ਿੰਦਗੀ ਬਹੁਤ ਸਾਰੇ ਛਾਣ ਹੁੰਦੇ ਆ, ਤੇ ਪਹਿਲੀ ਵਾਰੀ ਅਵਾਰਡ ਹਾਸਲ ਕਰਦਾ ਹੈ, ਪਹਿਲੀ ਵਾਰੀ ਜ਼ਿਆਦਾ ਤਾਲੀਆਂ। ਤੋਂ ਮੇਰੀ ਜ਼ਿੰਦਗੀ ਦਾ ਖਾਸ ਯਾਦਗਾਰ ਪਲ ਸੀ 27 ਮਈ 1987, ਜਦੋਂ ਮੈਂ ਉਹ ਪਹਿਲੀ ਵਾਰੀ ਜਹਾਜ਼ ਇਕੱਲੇ ਲੈ ਕੇ ਗਿਆ। ਤਾਂ ਹਰ ਪਾਇਲਟ ਦੀ ਜ਼ਿੰਦਗੀ 'ਚ ਇੱਕ ਖਾਸ ਖੁਸ਼ੀ ਦਾ ਪਲ ਹੁੰਦਾ ਹੈ। ਉਸ ਤੋਂ ਬਾਅਦ 2013 'ਚ ਜਦੋਂ ਮੇਰੀ ਫਿਲਮ ਆਈ ਸੀ ਸਾਕਾ ਨਨਕਾਣਾ ਦਾ ਸਾਹਿਬ ਦਾ ਸ਼ਹੀਦ, ਜਦੋਂ ਫਿਲਮ ਆਈ ਸਿਲਵਰ ਸਕਰੀਨ ਤੇ ਮੇਰੀ ਫੋਟੋ ਆਈ, ਮੇਰਾ ਨਾਮ ਆਇਆ। ਸੋ ਅੱਗੇ ਇਸ ਤਰ੍ਹਾਂ ਪਲ ਚੱਲਦੇ ਗਏ। ਫਿਰ ਜਦੋਂ ਮੈਂ ਕੈਨੇਡਾ ਦਾ ਵੀਜ਼ਾ ਲੱਗਿਆ, ਉਹ ਵੀ ਖੁਸ਼ੀ ਦਾ ਪਲ ਸੀ। ਜਦੋਂ ਕੈਨੇਡਾ ਦੀ ਧਰਤੀ ਤੋਂ ਉਤਰਿਆ, ਉਹ ਵੀ ਖੁਸ਼ੀ ਦਾ ਪਲ ਸੀ। ਜਦੋਂ ਕੈਨੇਡਾ ਤੋਂ ਵਾਪਸ ਮੈਂ ਦਿੱਲੀ ਏਅਰਪੋਰਟ ਆਇਆ, ਮੈਂ ਆਪਣੀ ਧਰਤੀ ਮਾਂ ਨੂੰ ਚੁੰਮਿਆ, ਉਹ ਵੀ ਖੁਸ਼ੀ ਦਾ ਪਲ ਸੀ। ਜੋ ਜ਼ਿੰਦਗੀ ਦੇ ਖੁਸ਼ੀ ਦੇ ਪਲ ਆਉਂਦੇ ਰਹਿੰਦੇ ਆ, ਤੇ ਪਰਮਾਤਮਾ ਕਰੇ ਇੱਕ ਇਹ ਵੀ ਖੁਸ਼ੀ ਦਾ ਪਲ ਹੈ ਕਿ ਜਿਹੜਾ ਮੇਰੀਆਂ ਗੱਲਾਂ ਨੇ ਇਹ ਤੁਸੀਂ ਲੈ ਕੇ ਜਾ ਰਹੇ ਹੋ। ਇਹ ਵੀ ਇੱਕ ਯਾਦਗਾਰ ਪਲ ਹੈ ਜੋ ਗੁਗਲੀ ਐਂਟਰਟੇਨਮੈਂਟ ਰਾਮਪੁਰਾ ਜੀ, ਤੁਸੀਂ DOP ਨਵਦੀਪ ਸਹੋਤਾ ਜੀ, ਦਰਸ਼ਕਾਂ ਦੇ ਰੂਬਰੂ ਅਰਾਊਂਡ ਦਾ ਵਰਲਡ, ਟੋਟਲ ਗਲੋਬ 'ਚ, ਸਾਰੀ ਦੁਨੀਆ 'ਚ ਇਹ ਜਦੋਂ ਇਹ ਮੇਰੀ ਇੰਟਰਵਿਊ ਜਾਏਗੀ ਤੇ ਲੋਕ ਮੇਰੇ ਨਾਲ ਰੂਬਰੂ ਹੋਣਗੇ। ਹੁਣ ਮੇਰੀ ਫੈਨ ਫੋਲੋਇੰਗ ਵੀ ਵੱਧ ਗਈ ਹੈ। ਜਦੋਂ ਫੈਨਸ ਦੇਖਣਗੇ ਮੇਰੀ ਅਸਲੀ ਜ਼ਿੰਦਗੀ ਮੈਂ ਕੀ ਆ, ਕਿਵੇਂ ਆ, ਉਹਨਾਂ ਨੂੰ ਵੀ ਖੁਸ਼ੀ ਹੋਏਗੀ ਮੇਰੀ ਜ਼ਿੰਦਗੀ ਬਾਰੇ ਜਾਣ ਸਕਣ। ਸੋ ਵੀ ਇਹ ਵੀ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਨਾ ਭੁੱਲਣ ਵਾਲਾ ਇੱਕ ਯਾਦਗਾਰੀ ਖੁਸ਼ੀ ਪਲ ਹੈ। ਕਲਾਕਾਰਾਂ ਦੀ ਜ਼ਿੰਦਗੀ ਜਿਹੜੀ ਆ ਬਹੁਤ ਵਧੀਆ ਹੁੰਦੀ ਹੈ, ਕਿਉਂਕਿ ਹਰ ਵੇਲੇ ਕਲਾਕਾਰਾਂ 'ਚ ਰਹਿਣਾ, ਮਨ ਦੇ ਵਲਵਲੇ ਜਿਹੜੇ ਉਹ ਬਾਹਰ ਕੱਢਣੇ, ਤੇ ਕਦੀ ਕਦੀ ਘਰ ਵੀ ਕਲਾਕਾਰੀ ਵਿਖਾਉਣ ਦਾ ਮੌਕਾ ਮਿਲਿਆ। ਜਿਸ ਤਰ੍ਹਾਂ
ਆਪਣੇ ਵਾਈਫ ਜੀ ਨਾਲ, ਉਹਨਾਂ ਦੇ ਨਾਲ, ਪਤਨੀ ਜੀ ਦੇ ਨਾਲ ਕੁਝ ਮਨਮੁਟਾਵ ਹੋ ਜਾਣ, ਜਾਂ ਉਸ ਵੇਲੇ ਉਹ ਤੁਹਾਨੂੰ ਕਿਵੇਂ ਮਨਾਉਂਦੇ ਆ, ਤੁਸੀਂ ਕਿਵੇਂ ਮੰਨਦੇ ਹੋ, ਜਾਂ ਉਹ ਰੁੱਸ ਜਾਂਦੇ ਤੇ ਤੁਸੀਂ ਕਿਵੇਂ ਮਨਾਉਂਦੇ ਹੋ, ਉਹ ਅੰਦਾਜ਼ ਜਿਹੜਾ ਕਦੀ ਵਰਤਿਆ ਜੀ ਕਲਾਕਾਰੀ ਦਾ? ਬਿਲਕੁਲ ਜੀ, ਮੈਂ ਤੁਹਾਨੂੰ ਦੱਸਿਆ ਕਿ ਬਚਪਨ ਤੋਂ ਹਰ ਜਗ੍ਹਾ ਕਲਾਕਾਰੀ, ਜਦੋਂ ਕਲਾਕਾਰੀ ਕਈ ਵਾਰੀ ਮੈਂ ਘਰ ਡਰਾਮਾ ਰਿਹਰਸਲ ਕਰਨਾ, ਉਹ ਡਾਇਲੋਗ ਬੋਲਣੇ ਤੋਂ ਕਹਿਣਾ ਉੱਥੇ ਬੋਲਿਆ ਕਰੋ ਸਟੇਜ ਤੇ, ਕਈ ਵਾਰੀ ਰੁੱਸ ਜਾਂਦੇ ਮੇਰੇ ਘਰ ਵਾਲੇ, ਤੇ ਫਿਰ ਮੈਂ ਗੀਤ ਗਾਉਣਾ, ਮੇਰੀ ਸੋਹਣੀ ਮੇਰੀ ਤਮन्ना झूठ नहीं है मेरा प्यार, दीवाने से हो गई गलती जाने दो यार, आई लव यू। तो इस तरह कई बारी हुंदा कि कलाकारा की है, कई बारी कि असी ਰੀਅਲ ਗੱਲ ਕਰਦੇ ਹਾਂ, ਸੀਰੀਅਸ ਗੱਲ ਕਰਦੇ, ਉਹਨਾਂ ਲੱਗਦਾ ਇਹ ਤਾਂ ਡਰਾਮਾ ਕਰ ਰਹੇ, ਮਤਲਬ ਐਕਟਿੰਗ ਕਰ ਰਹੇ, ਗੁੱਸੇ 'ਚ ਕਰਦੇ ਨੇ ਉਹ ਹੱਸ ਪੈਂਦੇ ਆ, ਲਾਫਟਰ ਨਿਕਲਦਾ ਵੀ ਸ਼ਾਇਦ ਐਕਟਿੰਗ ਕਰ ਰਹੇ, ਤੇ ਜਦੋਂ ਐਕਟਿੰਗ ਕਰਦੇ ਉਹਨੂੰ ਫਿਰ ਗੁੱਸੇ ਹੋ ਜਾਂਦੇ, ਕਈ ਵਾਰੀ ਉਲਟ ਪੁਲਟ ਹੋ ਜਾਂਦਾ। ਜਸਪਾਲ ਭੱਟੀ ਜਿਵੇਂ ਉਲਟਾ ਪੁਲਟਾ ਕਰਦੇ ਸੀ, ਐਕਟਿੰਗ ਨੂੰ ਸਮਝ ਲੈਂਦੇ, ਐਕਟਿੰਗ ਨੂੰ ਸਮਝਦੇ ਕਿ ਇਹ ਡਰਾਮਾ ਹੈ, ਡਰਾਮਾ ਨੂੰ ਐਕਟਿੰਗ ਤੋਂ, ਇਸ ਤਰ੍ਹਾਂ ਰੀਅਲ ਇਹਦੇ ਵਿੱਚ ਕਈ ਵਾਰੀ ਨਾ ਹੌਚ ਪੌਚ ਹੋ ਜਾਂਦਾ, ਕਈ ਵਾਰੀ ਉਹ ਮਾਮਲਾ ਉਲਝ ਜਾਂਦਾ ਹੈ, ਤਾਂ ਉਹਦੇ ਵਿੱਚ ਸਾਨੂੰ ਮਾਮਲਾ ਸੁਲਝਾਉਣਾ ਪੈਂਦਾ ਜੀ। ਤਾਂ ਕਈ ਵਾਰੀ ਮੈਂ ਇਸ ਗੱਲ ਦੱਸਦਾ ਕਿ ਐਕਟਿੰਗ ਕਰਨੀ ਪੈਂਦੀ, ਘਰ ਵਾਲੀ ਨਾਰਾਜ਼ ਹੋ ਜਾਏ, ਮੈਂ ਕਹਿੰਦਾ ਯਾਰ ਗੱਲ ਸੁਣੋ, ਘਰ ਵਾਲੀ ਨਾਰਾਜ਼ ਹੋਏ, ਨੈਚੁਰਲੀ ਦੇਖੋ ਦੋਵੇਂ ਜੀ ਜਿੱਥੇ ਕਈ ਵਾਰੀ ਨਾਰਾਜ਼ਗੀ ਹੁੰਦੀ ਹੈ, ਗੁੱਸੇ ਨਾਰਾਜ਼ਗੀ ਹੁੰਦੀ ਹੈ, ਭੁੱਖ ਲੱਗੀ ਖਾਣਾ ਵੀ ਖਾਣਾ, ਫਿਰ ਕਹਿੰਦੇ ਆਟਾ ਭੁੱਜਾ ਹੋਵੇ, ਸੌਰੀ ਆਟਾ ਗੁੱਜਾ ਹੋਵੇ, ਭੜਥਾ ਭੁੱਜਾ ਹੋਵੇ, ਤੇ ਜਨਾਨੀ ਦਾ ਬੂਥਾ ਸੁੱਜਾ ਹੋਵੇ, ਤੇ ਬੰਦਾ ਕੀ ਕਰੇ? ਕਰਨਾ ਕੀ ਹੈ? ਚੁੱਪ ਕਰਕੇ 4 ਫੁਲਕੇ ਲਾਓ ਤੇ ਰੋਟੀ ਖਾਓ ਤੇ ਪ੍ਰਭੂ ਦਾ ਗੁਣ ਗਾਓ। ਤੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਆ ਜੀ? ਤੁਸੀਂ ਉਹਨਾਂ ਬਾਰੇ ਜ਼ਰੂਰ ਦੱਸੋ ਸਾਨੂੰ। ਮੈਂ ਜੀ, ਮੇਰੀ ਵਾਈਫ ਹੈ ਜੀ, ਉਹ ਗਵਰਨਮੈਂਟ ਜੌਬ ਕਰਦੇ ਨੇ, ਮੇਰੀ 2 ਬੇਟੀਆਂ ਨੇ, ਪ੍ਰਭੂ ਕਿਰਪਾ ਨਾਲ ਬੇਟੀਆਂ ਬੇਟੇ ਵਰਗੇ ਆ। ਛੋਟੀ ਬੇਟੀ ਜਿਹੜੀ ਤਕਰੀਬਨ ਇਸ ਜਿਹੜਾ ਥੀਏਟਰ ਵਿੱਚ ਮੇਰੀ ਸਪੋਰਟ ਕਰਦੀ, ਸ਼ੌਕ ਬਹੁਤ ਹੈ, ਮੇਰੀ ਵੀਡੀਓਜ਼ ਬਣਾਉਣੀ, ਕੈਮਰਾ ਚਲਾਉਣਾ, DOP ਹੈ ਮੇਰੀ ਉਹ, ਉਹਦੇ ਨਾਲ ਕਈ ਵਾਰੀ ਜਦੋਂ ਮੈਂ ਘਰ ਰਿਹਰਸਲ ਕਰਦਾ ਉਹ ਨਾਲ ਸਪੋਰਟ ਕਰਦੀ ਹੈ, ਸਾਹਮਣੇ ਜਿਹੜੇ ਕੋ ਐਕਟਰ ਦਾ ਡਾਇਲੋਗ ਉਹ ਬੋਲਦੀ ਹੈ। ਸੋ ਮੇਰਾ ਛੋਟਾ ਜਿਹਾ ਪਰਿਵਾਰ, ਬਹੁਤ ਵਧੀਆ ਪਰਿਵਾਰ ਹੈ, ਬਹੁਤ ਵਧੀਆ ਅੱਛੀ ਸਪੋਰਟ ਮਿਲੀ ਇਹਨਾਂ ਦੀ, ਤੇ ਸਪੋਰਟ ਮਿਲਦੀ ਰਹਿੰਦੀ, ਇੰਸਪੀਰੇਸ਼ਨ ਵੀ ਮਿਲਦੀ ਹੈ, ਕਿਉਂਕਿ ਜਿਹੜਾ ਕਲਾਕਾਰ ਹੈ ਨਾ, ਕਲਾਕਾਰੀ ਵਿੱਚ ਤੁਹਾਨੂੰ ਪਤਾ ਕਲਾਕਾਰ ਤੇ ਕਾਮਰੇਡ ਇੱਕੋ ਜਿਹੇ ਹੁੰਦੇ ਆ, ਕਹਿੰਦੇ ਪੰਜਾਬੀ 'ਚ ਭੰਗ ਪੁੱਜਦੀ ਹੈ, ਕਿਉਂਕਿ ਸਾਨੂੰ ਜਿੰਨਾ ਮਿਲਦਾ ਨਹੀਂ ਉਸ ਤੋਂ ਜ਼ਿਆਦਾ ਅਸੀਂ ਇਨਵੈਸਟ ਕਰਦੇ ਹਾਂ, ਲੇਕਿਨ ਜਦੋਂ ਕਿਸਮਤ ਸਾਥ ਦਿੰਦੀ ਹੈ, ਤੁਰਪ ਦਾ ਪੱਤਾ ਪੈਂਦਾ ਹੈ, ਉਦੋਂ ਜਿਹੜਾ ਸਾਡਾ ਅਸੀਂ ਟਾਈਮ ਵੇਸਟ ਨਹੀਂ ਕਰਦੇ, ਪੈਸਾ ਵੇਸਟ ਨਹੀਂ ਕਰ ਰਹੇ, ਅਸੀਂ ਕਲਾਕਾਰ 'ਚ ਇਨਵੈਸਟ ਕਰ ਰਹੇ ਹਾਂ। ਪਿਛਲੇ 25 ਸਾਲ ਮੈਂ ਜਿਹੜਾ ਟਾਈਮ ਦਿੱਤਾ ਉਹ ਇਨਵੈਸਟ ਕੀਤਾ, ਜਿਹੜੇ ਪੈਸੇ ਲਾਏ ਉਹ ਇਨਵੈਸਟ ਕੀਤਾ, ਜਿੰਨਾ ਕਮਾਇਆ ਨਹੀਂ ਉਸ ਤੋਂ ਬਾਅਦ ਮੈਂ ਲਗਾਤਾ, ਉਹ ਗਵਾਇਆ ਨਹੀਂ, ਇਨਵੈਸਟ ਕੀਤਾ। ਸੋ ਉਹ ਜਿਹੜੀ ਸਾਰਾ ਕੁਛ ਸੀ, ਦੁਆਵਾਂ, ਜੋ ਕੁਝ ਕੀਤਾ, ਜੋ ਮੈਂ ਤਜਰਬਾ ਹਾਸਿਲ ਕੀਤਾ, ਉਹਦਾ ਫਾਇਦਾ ਇਹ ਮਿਲਿਆ ਕਿ ਲੋਕ 20 ਲੱਖ 30 ਲੱਖ, ਰਾਮਪੁਰਾ ਸਾਹਿਬ 40 ਲੱਖ ਖਰਚ ਕੇ ਤੁਸੀਂ ਦੇਖੋ, ਡੋਂਕੀ ਭਰਦੇ ਆ, ਅਮਰੀਕਾ ਹੋ ਕੇ, ਜੰਗਲਾਂ ਤੋਂ ਹੋ ਕੇ 40 ਦਿਨ ਕਈ ਲੋਕ ਮਰ ਜਾਂਦੇ ਆ, ਕਈ ਫੜੇ ਜਾਂਦੇ ਆ, ਕਈ ਲੋਕ ਡਿਪੋਰਟ ਹੋ ਜਾਂਦੇ ਆ। ਸੋ ਪਰਮਾਤਮਾ ਦੀ ਇੰਨਾ ਹੀ ਕਿਰਪਾ ਰਹੀ। ਫਿਰ ਮੈਂ ਸੈਲੂਟ ਕਰਦਾ ਲਖਿੰਦਰ ਗੱਖੜ ਜੀ ਨੂੰ, ਕਿ ਉਹਨਾਂ ਦੀ ਕਿਰਪਾ ਸਦਕਾ, ਸਹਿਯੋਗ ਤੇ ਪਿਆਰ ਸਦਕਾ, ਤੇ ਜੋ ਅਸੀਂ ਇਨਵੈਸਟ ਕੀਤਾ ਸੀ, ਸ਼ਾਇਦ ਮੈਂ ਹਜ਼ਾਰਾਂ ਲਾਇਆ ਤੇ ਸਮਝ ਲਓ ਮੈਂ ਕਮਾ ਲਿਆ, ਬਹੁਤ ਕੁਝ ਕਮਾ ਲਿਆ। ਜਦੋਂ ਵਿਦੇਸ਼ ਦੀ ਧਰਤੀ ਤੋਂ ਹੋਇਆ ਇੱਕ ਰਾਹ ਖੁੱਲ੍ਹ ਗਿਆ, तो ये भी मैं ये साडा इन्वेस्टमेंट है। सो कोई कलाकार संघर्ष करते ये ना सोचे कि मैं टाइम गवा रहा, वो तुसी इन्वेस्ट कर रहे हो, तो जो तुसी देंदे हो नेक नीयत नाल परमात्मा व्याज समेत तुहानूं मोड़दा है। ਜਿਹੜੇ ਤੁਹਾਡੇ ਗੁਰੂ ਨੇ, ਪੀਰ ਨੇ, ਜਿਹਨੂੰ ਤੁਸੀਂ ਮੰਨਦੇ, ਜੋ ਤੁਹਾਡਾ ਇਸ਼ਟ ਹੈ, ਉਹਨੂੰ ਮੰਨ ਕੇ ਨੇਕ ਨੀਅਤ ਨਾਲ ਤੁਸੀਂ ਸਮਾਂ, ਟਾਈਮ, ਮਨੀ, એનર્ਜੀ ਤੁਸੀਂ ਇਨਵੈਸਟ ਕਰਦੇ ਰਹੋ, ਕਦੇ ਨਾ ਕਦੇ ਤੁਹਾਨੂੰ ਜ਼ਰੂਰ ਮਿਲੇਗਾ। ਕਿਉਂਕਿ ਮੈਨੂੰ ਥੋੜਾ ਯਾਦ ਹੈ ਕਿ ਅਮਰੀਸ਼ ਪੁਰੀ ਸਾਹਿਬ ਜਦੋਂ ਬੰਬੇ ਗਏ, ਘੱਟੋ ਘੱਟ 25-28 ਸਾਲ ਦੀ ਉਮਰ ਤੋਂ ਸੰਘਰਸ਼ ਕਰਨਾ ਸ਼ੁਰੂ ਕੀਤਾ। 55 ਸਾਲ ਦੀ ਉਮਰ 'ਚ 25-30 ਸਾਲ ਬਾਅਦ ਟੌਪ ਦੇ ਵਿਲਨ ਬਣ ਕੇ ਆਏ, ਛੋਟੇ ਛੋਟੇ ਰੋਲ ਉਹ ਕਰਦੇ ਰਹੇ। ਲਾਈਕਵਾਈਜ਼ ਤੁਸੀਂ ਬਹੁਤ ਸਾਰੇ ਸਿੰਗਰ ਦੋ ਧਰਮਿੰਦਰ ਜੀ ਨੂੰ ਵੇਖ ਲਓ, ਫੁੱਟਪਾਥ 'ਤੇ ਸੌਂਦੇ ਸਨ। ਸੋ ਬਹੁਤ ਸੰਘਰਸ਼ ਹੈ। ਲੇਕਿਨ ਕੀ ਹੁੰਦਾ ਕਿ ਅੱਜ ਕੋਈ ਕਾਮਯਾਬ ਹੈ, ਅਸੀਂ ਉਹਨੂੰ ਦੇਖਦੇ ਇਹ ਬੰਦਾ ਕਾਮਯਾਬ ਹੈ, ਉਹਦੇ ਨਾਲ ਸਾਰੀ ਦੁਨੀਆ ਤੁਰਦੀ ਹੈ। ਲੇਕਿਨ ਸੰਘਰਸ਼ ਵੇਲੇ ਚੰਦ ਲੋਕ ਜਿਵੇਂ ਤੁਸੀਂ ਮੋਟੀਵੇਟ ਕਰਦੇ, ਅੱਗੇ ਵਧਣ ਵਾਸਤੇ ਹੌਸਲਾ ਵਧਾਉਂਦੇ, ਚੰਦ ਲੋਕ ਨੇ ਜਿਹੜੇ ਹੌਸਲਾ ਵਧਾਉਂਦੇ ਆ। ਸੋ ਉਹਦਾ ਸੰਘਰਸ਼ ਨਹੀਂ ਦੇਖਦੇ ਕਿ ਇਸ ਇਨਸਾਨ ਨੇ ਪੜਾਅ ਦਰ ਪੜਾਅ ਆਪਣੇ ਸਫ਼ਰ ਜ਼ਿੰਦਗੀ ਸਫ਼ਰ 'ਚ ਕਿੰਨਾ ਸੰਘਰਸ਼ ਕੀਤਾ ਹੈ, ਕਿੰਨੀ ਕੁਰਬਾਨੀ ਕੀਤੀ ਹੈ, ਤਾਂ ਅੱਜ ਇਹ ਕਾਮਯਾਬ ਹੈ। ਸੋ ਕਾਮਯਾਬੀ ਵਾਸਤੇ ਸੰਘਰਸ਼ ਬਹੁਤ ਜ਼ਰੂਰੀ ਹੈ। ਸੋ ਜਿਹੜੇ ਨਵੇਂ ਕਲਾਕਾਰ ਆਏ ਨੇ, ਜਿਹੜੇ ਮੇਰੇ ਦੋਸਤ ਨੇ, ਅੱਜ ਤੇ ਤੁਹਾਡੇ ਕੋਲ ਬਹੁਤ ਸਾਰਾ ਸਮਾਂ, ਦੇਖੋ ਬਹੁਤ ਸਾਰੇ ਚੈਨਲ ਨੇ, ਡਬਿੰਗ ਕਰ ਸਕਦੇ ਆ, ਕਿਤੇ ਵੀ ਕੰਮ ਕਰ ਸਕਦੇ ਆ। ਸਾਡੇ ਵੇਲੇ ਮੌਕੇ ਬਹੁਤ ਘੱਟ ਸਨ, ਪਰ ਅਸੀਂ ਜਿੱਥੇ ਵੀ ਆ, ਜੋ ਵੀ ਹੈ, ਸੰਤੁਸ਼ਟੀ ਰਾਮਪੁਰਾ ਸਾਹਿਬ ਸਭ ਤੋਂ ਵੱਡੀ ਚੀਜ਼ ਹੈ। ਸੋ ਮਨ ਸੰਤੁਸ਼ਟ ਹੈ। ਕਈ ਸਫ਼ਰ ਜਿਹੜੇ ਸਫ਼ਰ ਦੇ ਵਿੱਚ ਕਈ ਮੁਕਾਮ ਤੈਅ ਕਰ ਲਏ,
ਨਵੇਂ ਮੁਕਾਮ ਨੂੰ ਚੱਲ ਰਹੇ ਹਾਂ ਜੀ, ਚੱਲ ਪਏ ਹਾਂ। ਤੇ ਦਰਸ਼ਕਾਂ ਨੂੰ ਹੁਣ ਅਸੀਂ ਲੈ ਜਾਂਦੇ ਆ ਜਸਪਾਲ ਪਾਇਲਟ ਦੀ ਜਿਹੜੀ ਆ ਉਹ ਫੋਟੋਗ੍ਰਾਫੀ ਵੱਲ, ਜੋ ਜ਼ਿੰਦਗੀ ਦੀਆਂ ਇਹਨਾਂ ਦੀਆਂ ਝਲਕੀਆਂ ਨੇ, ਸਫ਼ਰ ਦੀਆਂ ਝਲਕੀਆਂ ਨੇ, ਉਹ ਤੁਹਾਨੂੰ ਵਿਖਾਵਾਂਗੇ ਤੇ ਫਿਰ ਜਲਦੀ ਮੁੜਦੇ ਆ। ਤੁਸੀਂ ਉਹਨਾਂ ਚਿਰ ਲਓ ਆਨੰਦ। इंसानों की बस्ती में बस यही रोना है। अरे दादा, इंसानों की बस्ती में बस यही रोना है। अपने हो जाए तो खांसी है, दूसरों को हो जाए तो कोरोना है। बड़ी मतलबी दुनिया है। ਤੁਸੀਂ ਵੇਖੀ ਆ ਹੁਣ ਸਾਰਿਆਂ ਨੇ ਜਸਪਾਲ ਪਾਇਲਟ ਦੇ ਵੱਖ-ਵੱਖ ਕਿਰਦਾਰਾਂ ਦੀ ਝਲਕ, ਤੇ ਫਿਰ ਮੁੜਦੇ ਆ ਪਾਇਲਟ ਸਾਹਿਬ ਵੱਲ। ਪਾਇਲਟ ਸਾਹਿਬ, ਤੁਹਾਨੂੰ ਗੀਤ ਬੋਲਣ ਦਾ ਵੀ ਸ਼ੌਂਕ ਆ, ਅਦਾਕਾਰੀ ਕਰਨ ਦਾ ਵੀ ਸ਼ੌਂਕ ਆ, ਲਿਖਣ ਦਾ ਵੀ ਸ਼ੌਂਕ ਰੱਖਿਆ ਕਦੀ? ਬਿਲਕੁਲ ਜੀ। ਰਾਮਪੁਰਾ ਜੀ, ਕਈ ਵਾਰੀ ਤੁਹਾਡੀ ਸ਼ੇਰੋ ਸ਼ਾਇਰੀ ਅਸੀਂ ਦੇਖਦੇ ਹਾਂ, ਪੜ੍ਹਦੇ ਹਾਂ, ਸੋ ਜ਼ਿਹਨ ਵਿੱਚ ਕੋਈ ਗੱਲ ਆਉਂਦੀ ਤੇ ਉਸ ਨੂੰ ਮੈਂ ਕਲਮਬੱਧ ਕਰ ਲੈਣਾ। ਚਾਈਨਾ ਡੋਰ ਇੱਕ ਫਿਲਮ ਅਸੀਂ ਬਣਾਈ ਸੀ ਜਿਹਨੂੰ ਅਵਾਰਡ ਵੀ ਮਿਲਿਆ ਤੇ ਬਹੁਤ ਸਾਰਾ ਲੋਕਾਂ ਨੇ ਉਸ ਨੂੰ ਤਾਰੀਫ ਕੀਤੀ। ਉਹਦਾ ਗਾਣਾ ਚਾਈਨਾ ਡੋਰ ਨੋ ਮੋਰ ਮੈਂ ਖੁਦ ਲਿਖਿਆ ਸੀ, ਕਿਉਂਕਿ ਕੁੰਦਰਾ ਸਾਹਿਬ ਜੀ ਰਾਈਟਰ ਨੇ, ਜਦੋਂ ਤੁਹਾਨੂੰ ਪਤਾ ਹੈ ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ। ਸੋ ਜਦੋਂ ਤੁਸੀਂ ਵੀ ਰਾਈਟਰ ਹੋ, ਲਿਖਦੇ ਹੋ ਬਹੁਤ ਅੱਛੀ ਸ਼ੇਰੋ ਸ਼ਾਇਰੀ, ਸੋ ਨਾਲ ਰਹਿ ਕੇ ਜਦੋਂ ਕੁਛ ਨਾ ਕੁਛ ਦਿਮਾਗ 'ਚ ਗੱਲਾਂ ਆਉਂਦੀਆਂ ਤੇ ਉਸ ਨੂੰ ਕਲਮਬੱਧ ਕਰ ਲਈਦਾ। ਪਿੱਛੇ ਜੇ ਮੇਰੇ ਦਿਮਾਗ 'ਚ ਗੱਲ ਆਈ ਹੈ ਕਿ ਆਕਸੀਜਨ ਸਿਲੰਡਰ ਬਹੁਤ ਬਲੈਕ ਹੋ ਰਿਹਾ, ਮੈਂ ਬੂਟੇ ਵੀ ਲਾਏ ਆ ਆਕਸੀਜਨ ਈਕੋ ਬੈਲੈਂਸ ਵਾਸਤੇ, ਤਾਂ ਮੇਰੇ ਦਿਮਾਗ 'ਚ ਗੱਲ ਆਈ। ਸੋ ਮੈਂ ਦਲਜੀਤ ਸੋਨਾ ਜੀ, ਉਹਨਾਂ ਦੇ ਜ਼ਿਕਰ ਕਰਨਾ ਚਾਹਾਂਗਾ, ਸੋਨਾ ਅਕੈਡਮੀ ਦਾ। ਮੈਂ ਉਹਨਾਂ ਨਾਲ ਡਿਸਕਸ ਕੀਤਾ ਕਿ ਇੱਕ ਕਨਸੈਪਟ ਮੇਰੇ ਦਿਮਾਗ 'ਚ ਆਇਆ, ਆਕਸੀਜਨ। ਉਹਨਾਂ ਨੇ ਕਿਹਾ ਮੇਰੇ ਕੋਲ ਆ ਜਾਓ, ਬੈਠ ਕੇ ਫਿਰ ਮੈਂ ਆਕਸੀਜਨ ਦੀ ਸਕ੍ਰਿਪਟ ਲਿਖੀ ਹੈ। तो ਅਸੀਂ ਪਿੱਛੇ ਜੇ ਫਿਲਮ ਬਣਾਈ ਆਕਸੀਜਨ ਤੇ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੋਣ ਕਰਕੇ ਪੋਲੂਸ਼ਨ ਵੱਧ ਗਿਆ, ਆਕਸੀਜਨ ਘਟ ਗਈ, ਰੁੱਖ ਕੱਟੇ ਗਏ, ਆਕਸੀਜਨ ਘਟ ਗਈ। ਜਿਹੜਾ 700-800 ਦਾ ਸਿਲੰਡਰ 20,000 ਦਾ ਵੇਚ ਰਹੇ ਆ, ਉਹ ਸਿਲੰਡਰ ਬਲੈਕ ਹੋ ਰਿਹਾ। ਸੋ ਇਹ ਆਕਸੀਜਨ ਦਾ ਸਾਡੇ ਜ਼ਿੰਦਗੀ 'ਚ ਕੀ ਮਹੱਤਵ ਹੈ, ਉਹ ਆਕਸੀਜਨ ਨੂੰ ਲੈ ਕੇ ਤੁਸੀਂ ਜਦੋਂ ਆਕਸੀਜਨ ਫਿਲਮ ਦੇਖੋਗੇ YouTube ਤੇ ਤੁਹਾਨੂੰ ਪਤਾ ਲੱਗ ਜਾਏਗਾ, ਆਕਸੀਜਨ O2। ਸੋ ਇਹ ਹੋਰ ਵੀ ਸੋਨਾ ਅਕੈਡਮੀ ਦੇ ਬਹੁਤ ਸਾਰੇ ਕਲਾਕਾਰ ਨੇ, ਪੂਰੀ ਟੀਮ ਹੈ, ਉਹਨਾਂ ਕੋਲ ਕੈਮਰਾ, ਸਾਰਾ ਸੈਟਅਪ ਹੈ। तो आने वाले समय 'ਚ सटायर ਜਿਹੜੀ ਚੋਟ ਕਰੇਗੀ ਸਮਾਜ ਤੇ। ਡਾਕਟਰਾਂ, ਸਾਰੇ ਡਾਕਟਰ ਖੁਦਾ ਨਹੀਂ ਹੈ, ਕੁਝ ਲੋਕ ਫਰਿਸ਼ਤੇ ਵੀ ਨਹੀਂ ਹੈ, ਲੁਟੇਰੇ ਨੇ। ਸੋ ਇਹ ਤਾਂ ਸਮਾਜ ਦੇ ਅਲੱਗ-ਅਲੱਗ ਸਿਸਟਮ ਨੂੰ ਲੈ ਕੇ ਕੁਝ ਸਟਾਇਰ ਚੋਟ ਕਰਦੀ ਚੀਜ਼ਾਂ ਮੈਂ ਸੋਨਾ ਅਕੈਡਮੀ ਨਾਲ ਆਲਰੇਡੀ ਉਹ ਲਿਖ ਚੁੱਕਾ ਤੇ ਸੋਨਾ ਅਕੈਡਮੀ ਨਾਲ ਉਹ ਬਣਾਵਾਂਗਾ। ਇੱਥੇ ਨਾਲ ਮੈਂ ਜ਼ਿਕਰ ਕਰਨਾ ਚਾਹਾਂਗਾ ਮੂਦਲ ਸਾਹਿਬ, ਸਤਨਾਮ ਮੂਦਲ ਜੀ ਬਹੁਤ ਅੱਛੇ ਰੰਗਕਰਮੀ ਨੇ, ਅਖਬਾਰ ਵਾਸਤੇ ਲਿਖਦੇ ਵੀ ਨੇ, ਜਾਗਰਣ ਸਮੂਹ ਵਾਸਤੇ। ਤੇ ਉਹਨਾਂ ਨੇ ਉਹ ਇੱਕ ਚਲਾ ਰਹੇ ਆ ਰੰਗਕਰਮੀ ਮੈਗਜ਼ੀਨ, ਉਹਦਾ ਵੀ ਮੈਂ ਟੀਮ ਦਾ ਮੈਂਬਰ ਹਾਂ। ਤੋ ਤਨ ਮਨ ਧਨ ਨਾਲ ਅਸੀਂ ਸਾਰੇ ਰਲ ਕੇ ਉਹ ਮੈਗਜ਼ੀਨ ਚਲਾ ਰਹੇ ਹਾਂ। ਜਿਵੇਂ ਤੁਸੀਂ ਅਖਬਾਰ ਦੇ ਜ਼ਰੀਏ ਸਪੋਰਟ ਕਰਦੇ ਹੋ, ਤਾਂ ਮੈਗਜ਼ੀਨ ਦੇ ਜ਼ਰੀਏ ਜੋ ਰੰਗਕਰਮੀ ਜੋ ਕੁਝ ਹੁੰਦਾ, ਰੰਗਮੰਚ ਦੇ ਜ਼ਰੀਏ ਜਾਂ ਹੁਣ ਤੱਕ ਜੋ ਯੋਗਦਾਨ ਹੈ ਜਾਂ ਜਿਹੜੇ ਸਾਨੂੰ ਛੱਡ ਚੁੱਕੇ ਉਹਨਾਂ ਸ਼ਰਧਾਂਜਲੀ ਦੇਣ ਤੋਂ ਨਾਲ ਜਿਹੜੇ ਉੱਭਰਦੇ ਕਲਾਕਾਰ ਨੇ ਉਹਨਾਂ ਨੂੰ ਸਪੋਰਟ ਕਰਨਾ, ਇਹ ਅਸੀਂ ਉਹ ਰੰਗਕਰਮੀ ਮੈਗਜ਼ੀਨ ਕਰਦੇ ਹਾਂ। ਇੱਥੇ ਨਾਲ ਮੈਂ ਜ਼ਿਕਰ ਕਰਨਾ ਚਾਹਾਂਗਾ, ਮੇਰੇ ਬੜੇ ਅੱਛੇ ਦੋਸਤ ਨੇ, ਵੱਡੇ ਭਰਾ ਵਰਗੇ ਜਸਬੀਰ ਚੰਗਿਆੜਾ ਜੀ, ਕਿਉਂਕਿ ਜਿੰਨਾ ਵੀ ਅਸੀਂ ਨੁੱਕੜ ਨਾਟਕ ਕਰਦੇ ਹਾਂ, ਨੁੱਕੜ ਨਾਟਕ ਵਿੱਚ ਪ੍ਰੋਪਰ ਪ੍ਰੋਪਰਟੀ ਤੇ ਸਟੇਜ ਸ਼ੋਅ ਜਿਹੜਾ ਅਸੀਂ ਕਰਦੇ, ਨਾਟਕ ਵਧੀਆ ਮਿਆਰ ਦਾ ਹੋਵੇ, ਕੋਈ ਕਮੀ ਐਂਟਰੀ ਐਗਜ਼ਿਟ ਸਭ ਵਧੀਆ ਕਰਨ ਕੀ ਹੋਣਾ, ਕਿਵੇਂ ਹੋਣਾ। ਸੋ ਨਾਟਕ ਦੀ ਪੇਸ਼ਕਰੀ ਤੱਕ ਮੇਰਾ ਹੈ ਤੇ ਕਲਾਕਾਰਾਂ ਨੂੰ ਆਪਣੀ ਕਾਰ ਤੇ ਬਿਠਾ ਕੇ ਲੈ ਜਾਣ ਦਾ ਕੰਮ ਹੈ। ਲੇਕਿਨ ਕਲਾਕਾਰਾਂ ਨੂੰ ਬੁਲਾਉਣਾ, ਕਿਹੜੇ ਕਲਾਕਾਰ ਨੂੰ ਬੁਲਾਉਣਾ, ਜੇ ਕਲਾਕਾਰ ਇੱਕ ਨਹੀਂ ਦੂਜੇ ਨੂੰ, ਉਹ ਸਾਰਾ ਜਿਹੜਾ ਸੈਟਅਪ ਹੈ, ਫੋਨ ਕਰਨਾ, ਲਿਆਉਣਾ, ਇਕੱਠੇ ਕਰਨਾ, ਉਹ ਜਸਬੀਰ ਚੰਗਿਆੜੇ ਦਾ ਕੰਮ ਹੈ। ਸੋ ਇਹਨਾਂ ਦਾ ਵੀ ਮੇਰੇ ਜ਼ਿੰਦਗੀ 'ਚ ਇਸ ਜਿਹੜੇ ਮੁਕਾਮ 'ਚ ਇੱਕ ਸਫ਼ਰ 'ਚ ਬਹੁਤ ਅੱਛਾ ਇਹਨਾਂ ਦਾ ਸਪੋਰਟ ਰਹੀ ਹੈ। ਸੋ ਪਰਮਾਤਮਾ ਮੇਰੇ ਸਾਰੇ ਦੋਸਤਾਂ ਨੂੰ, ਸ਼ੁਭ ਚਿੰਤਕਾਂ ਨੂੰ ਲੰਬੀ ਉਮਰ ਬਖਸ਼ੇ, ਇਹਨਾਂ ਨੂੰ ਤਰੱਕੀਆਂ ਕਾਮਯਾਬ ਬਖਸ਼ੇ ਜੀ। ਜਸਪਾਲ ਪਾਇਲਟ ਜੀ, ਤੁਹਾਡੀ ਜ਼ਿੰਦਗੀ ਦਾ ਜਿਹੜਾ ਵਾ
ਕੋਈ ਅਹਿਮ ਰੋਲ ਜਿਹੜਾ ਤੁਸੀਂ ਫਿਲਮ ਦੇ ਵਿੱਚ ਜਾਂ ਨਾਟਕ ਦੇ ਵਿੱਚ ਕੀਤਾ ਹੋਵੇ, ਜਿਹੜਾ ਤੁਹਾਨੂੰ ਆਪਣੇ ਆਪ ਨੂੰ ਹੀ ਬੜਾ ਚੰਗਾ ਲੱਗਦਾ ਹੋਵੇ, ਉਹਦਾ ਜ਼ਿਕਰ ਜ਼ਰੂਰ ਕਰੋ। ਮੈਂ ਜੀ KP ਥੀਏਟਰ ਗਰੁੱਪ ਨੇ ਇੱਕ ਨਾਟਕ ਕੀਤਾ ਸੀ, ਨਾਮ ਯਾਦ ਨਹੀਂ, ਸ਼ਾਇਦ ਲਾਟੋ ਸੀ। ਉਹਦੇ ਵਿੱਚ ਇੱਕ ਨੈਗੇਟਿਵ ਕਿਰਦਾਰ ਸੀ। ਮੈਂ ਨੈਗੇਟਿਵ ਕਿਰਦਾਰ ਕੀਤਾ ਕਿ ਸਹੁਰਾ ਜਿਹੜਾ ਸਹੁਰਾ ਉਹਦਾ ਮੁੰਡਾ ਜਿਹੜਾ ਇੰਪੋਰਟੈਂਟ ਹੈ, ਅਸੀਂ ਨਾਮਰਦ ਕਹਿ ਸਕਦੇ ਹਾਂ, ਅਤੇ ਸਿਰਫ ਉਹ ਆਪਣੀ ਨੂੰਹ ਦੀ ਪ੍ਰੋਪਰਟੀ ਵਾਸਤੇ ਆਪਣੀ ਨੂੰਹ 'ਤੇ ਅੱਖ ਰੱਖਦਾ ਹੈ ਕਿ ਇਹ ਕਬੂਤਰੀ ਜਿਹੜੀ ਕਾਬੂ ਕਰ ਲਾਂ, ਇਹਨੂੰ ਛੱਡ ਕੇ ਜਾਵੇ ਨਾ। ਉਹਨੂੰ ਪਤਾ ਮੇਰਾ ਮੁੰਡਾ ਇੰਪੋਰਟੈਂਟ ਹੈ। ਸੋ ਮੈਂ ਨੈਗੇਟਿਵ ਰੋਲ ਜਦੋਂ ਕੀਤਾ, ਛੋਟਾ ਜਿਹਾ ਰੋਲ ਸੀ, ਕੁਝ ਮਿੰਟਾਂ ਦਾ ਸੀ, ਅਤੇ ਉੱਥੇ ਵਿਰਸਾ ਬਾਜ਼ਾਰ ਵਿੱਚ ਮੇਰੀ ਬੇਟੀ ਵੀ ਦੇਖ ਰਹੀ, ਹੋਰ ਵੀ ਲੋਕ ਦੇਖ ਰਹੇ ਸੀ, ਅਤੇ ਮੇਰੀ ਬੇਟੀ ਨੂੰ ਕਿਹਾ, ਪਾਪਾ ਤੁਸੀਂ ਕਿੰਨਾ ਗੰਦਾ ਕੰਮ ਕੀਤਾ, ਇੱਦਾਂ ਦੇ ਹੁੰਦੇ ਆ। ਸੋ ਮੈਂ ਇੱਕ ਯਾਦਗਾਰ ਭਾਵੇਂ ਨੈਗੇਟਿਵ ਸੀ, ਲੇਕਿਨ ਮੈਨੂੰ ਇਹ ਹੈ ਕਿ ਸ਼ਾਇਦ ਮੈਂ ਕਿਰਦਾਰ ਨਾਲ, ਉਸ ਨੈਗੇਟਿਵ ਕਿਰਦਾਰ ਨਾਲ ਪੂਰਾ ਨਿਆਂ ਕੀਤਾ ਹੈ ਕਿ ਜੇ ਮੈਂ ਵਿਲਨ ਬਣਿਆ ਤੇ ਲੋਕ ਮੈਨੂੰ ਨਫ਼ਰਤ ਨਾਲ ਵੇਖਣ, ਮੇਰੀ ਨਿਖੇਧੀ ਕਰਨ, ਤਾਂ ਮੈਨੂੰ ਲੱਗਦਾ ਕਿ ਮੈਂ ਉਹ ਜਿਹੜਾ ਕਿਰਦਾਰ ਬਹੁਤ ਵਧੀਆ ਕੀਤਾ। ਪਰ ਹੁਣ ਜਿੰਨੇ ਵੀ ਮੇਰੇ ਡਾਇਰੈਕਟਰਸ ਨੇ, ਉਹਦੇ ਕੋਸ਼ਿਸ਼ ਹੁੰਦੀ ਹੈ ਮੇਰੀ ਬਾਡੀ ਲੈਂਗੁਏਜ ਦੇਖ ਕੇ, ਜਾਂ ਟਿਕਟੌਕ ਦੀ ਮਿਹਰਬਾਨੀ ਹੈ ਕਿ ਬਹੁਤ ਸਾਰੇ ਜੇ ਮੈਂ ਜਿਹੜੇ ਕਾਮੇਡੀ ਇਹ ਵੀਡੀਓਜ਼ ਬਣਾਈਆਂ, ਮੇਰੀ ਬਾਡੀ ਲੈਂਗੁਏਜ ਉਹ ਮੈਨੂੰ ਜ਼ਿਆਦਾਤਰ ਕਾਮੇਡੀ ਪਾਸੇ, ਪਰ ਮੈਂ ਇੱਕ ਠੱਪਾ ਨਹੀਂ ਲਵਾਉਣਾ ਚਾਹੁੰਦਾ। ਮੈਂ ਨੈਗੇਟਿਵ ਰੋਲਸ ਵੀ ਕੀਤੇ ਆ, ਮੈਂ ਇੱਕ ਕਰਪਟ ਪੁਲਿਸ ਵਾਲਾ ਵੀ ਰੋਲ ਕੀਤਾ, ਅਲੱਗ-ਅਲੱਗ ਕਿਰਦਾਰ ਮੈਂ ਕੀਤੇ ਨੇ ਜਿਹੜੇ ਵੀਡੀਓਜ਼ ਵਿੱਚ ਤੇ ਸਟੇਜ ਦੇ ਵਿੱਚ। ਸੋ ਇੱਥੇ ਇੱਕ ਤੁਹਾਨੂੰ ਥੋੜ੍ਹੀ ਜਿਹੀ ਗੂਗਲੀ ਥਾਂ 'ਤੇ ਥੋੜ੍ਹੀ ਸ਼ੁਰਲੀ ਛੱਡ ਦਈਏ। ਮੇਰਾ ਇੱਕ ਦੋਸਤ ਮਿਲ ਪਿਆ ਜੀ, ਕਹਿੰਦਾ ਮੈਂ ਘਰ ਵਾਲੀ ਤੋਂ ਬੜਾ ਪਰੇਸ਼ਾਨ ਹੈ। ਮੈਂ ਪੁੱਛਿਆ ਕੀ ਗੱਲ ਹੈ? ਕਹਿੰਦਾ ਯਾਰ ਮੇਰੀ ਘਰ ਵਾਲੀ ਨਾ ਕੰਮ-ਕੁਮ ਨਹੀਂ ਕਰਦੀ। ਮਾੜੀ ਗੱਲ ਹੈ ਬਈ, ਘਰ ਵਾਲੀ ਕੀ ਹੁੰਦੀ? ਘਰ ਵਾਲੀ ਨੂੰ ਘਰ ਦਾ ਕੰਮ ਕਰਨਾ ਚਾਹੀਦਾ। ਮੈਂ ਕਿਹਾ ਦੇਖ ਬਈ, ਮੇਰੀ ਘਰ ਦੀ ਮੈਂ ਇੱਕ ਕੰਮ ਕਵਾਂ ਨਾ, ਦੋ ਕੰਮ ਕਰਦੀ ਹੈ। ਕਹਿੰਦੇ ਉਹ ਕਿਹੜੇ? ਮੈਂ ਕਿਹਾ ਜੀ ਮੈਂ ਕਹਾਂ ਨਾ ਚਾਹ ਬਣਾ, ਪਹਿਲਾਂ ਮੂੰਹ ਬਣਾਉਂਦੀ ਹੈ, ਫਿਰ ਚਾਹ ਬਣਾਉਂਦੀ, ਹੋ ਗਏ ਨਾ ਦੋ ਕੰਮ। ਬਹੁਤ ਵਧੀਆ, ਕਮਾਲ ਕਰਤੀ ਜਸਪਾਲ ਪਾਇਲਟ ਜੀ। ਤੁਸੀਂ ਆ ਘਰ ਦੀ ਤੋਂ ਗੱਲ ਸੁਣਾਈਆਂ, ਮੈਂ ਵੀ ਤੁਹਾਨੂੰ ਸੁਣਾ ਦੇਵਾਂ ਕਿ ਰੋਲ ਜਿਹੜਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੀ ਬੇਟੀ ਨੇ ਜਿਹੜਾ ਉਹ ਤੁਹਾਡੇ ਨਾਲ ਗੱਲ ਕੀਤੀ ਕਿ ਇਹ ਕਿਸ ਤਰ੍ਹਾਂ ਦਾ ਰੋਲ ਕੀਤਾ ਤੁਸੀਂ। ਮੈਂ ਫਿਲਮ ਕੀਤੀ, ਲਘੂ ਫਿਲਮ ਡਾਕਟਰ ਸਾਹਿਬ, ਮੇਰੀ ਵਾਈਫ ਫਿਲਮ ਦੇਖਦੀ ਪਈ, ਉਹ ਡਾਕਟਰ ਸਾਹਿਬ ਦਾ ਵਿੱਚ ਜਿਹੜਾ ਕਿਰਦਾਰ ਸੀ, ਮੈਨੂੰ ਕਹਿੰਦੀ ਹੁੰਦੀ ਡਾਕਟਰ ਇਦਾਂ ਦੇ ਹੁੰਦੇ ਆ। ਮੀਨਜ਼ ਕਿ ਮੈਂ ਹੀ ਉਹਦੇ 'ਚ ਡਾਕਟਰ ਸੀ, ਮੈਨੂੰ ਕਹਿੰਦੇ ਕਿ ਡਾਕਟਰ ਇਦਾਂ ਦੇ ਹੁੰਦੇ ਆ। ਮੀਨਜ਼ ਕਿ ਵੀ ਇਹ ਕਿਹੋ ਜਿਹਾ ਡਾਕਟਰ ਆ। ਉਹ ਰੋਲ ਜਿਹੜਾ ਵਾ ਉਹ ਪੂਰਾ ਟੱਚ ਕਰਦਾ ਜਾ ਕੇ। ਬਿਲਕੁਲ। ਤੇ ਜਿਹੜੇ ਇਹੋ ਜਿਹੇ ਰੋਲ ਹੁੰਦੇ ਆ, ਉਹੋ ਹੀ ਸ਼ਾਹਕਾਰ ਜਿਹੜੇ ਬਣ ਕੇ ਉੱਭਰਦੇ ਆ। ਤੇ ਰਾਮਪੁਰਾ ਸਾਹਿਬ ਕੀ ਹੁੰਦਾ ਹੈ, ਸਾਡੇ ਬੱਚੇ, ਸਾਡੀ ਵਾਈਫ, ਕਿਉਂਕਿ ਜਦੋਂ ਤੁਸੀਂ ਬਤੌਰ ਐਕਟਰ ਘਰ ਤੁਸੀਂ ਐਕਟਿੰਗ ਨਹੀਂ ਕਰਦੇ, ਨੋਰਮਲ ਤੁਸੀਂ ਜ਼ਿੰਦਗੀ ਜੀਂਦੇ, ਪਰਿਵਾਰਕ ਜ਼ਿੰਦਗੀ, ਘਰ ਵਿੱਚ ਤੁਸੀਂ ਬੱਚਿਆਂ ਨਾਲ ਫਾਦਰ ਦਾ ਰੋਲ, ਇੱਕ ਨੋਰਮਲ ਰੋਲ ਕਰਦੇ ਹੋ, ਵਾਈਫ ਨਾਲ ਹਸਬੈਂਡ ਦਾ ਰੋਲ ਕਰਦੇ ਹੋ, ਲੇਕਿਨ ਉਹਦੇ ਵਿੱਚ ਕੋਈ ਅਦਾਕਾਰੀ, ਕਲਾਕਾਰੀ ਕੁਝ ਨਹੀਂ ਹੁੰਦਾ, ਨੋਰਮਲ ਸਾਰੀ ਚੀਜ਼ਾਂ ਹੁੰਦੀਆਂ। ਜੇ ਕੈਮਰਾ ਲਏ ਉਹ ਵੀ ਐਕਟਿੰਗ ਹੀ ਹੈ। ਤਾਂ ਕੀ ਹੈ, ਜਦੋਂ ਉਹਨਾਂ ਨੇ ਤੁਹਾਨੂੰ ਦੂਜੇ ਰੂਪ ਵਿੱਚ ਨਹੀਂ ਦੇਖਿਆ ਨਾ, ਦੂਜੇ ਰੂਪ 'ਚ ਦੇਖਦੇ ਤੇ ਹੈਰਾਨ। ਮੈਂ ਇੱਥੇ ਦੱਸਦਾ ਜੀ, ਮੈਂ ਇੱਕ ਫਿਲਮ ਕੀਤੀ ਸੀ, ਧਾਰਮਿਕ ਫਿਲਮ ਮੁਕੇਸ਼ ਕੁੰਦਲ ਦੀ ਬਣਾਈ ਸੀ, ਜੋ ਸੱਚੀ ਸਰਕਾਰ ਨੂੰ ਭਾਵੇ। ਉਹਦਾ ਇੱਕ ਐਪੀਸੋਡ ਜ਼ਿੰਦਗੀ 'ਚ ਯਾਦ ਰਹੇਗਾ। ਵਿਨੋਦ ਮਹਿਰਾ ਜੀ ਜਿਹੜੇ ਮੇਕਅਪ ਕਰਦੇ ਸਨ, ਉਹ ਸਵਰਗਵਾਸ ਹੋ ਗਏ, ਅਤੇ ਉਹਨਾਂ ਨੇ ਕਿਹਾ, ਕੁੰਦਲ ਜੀ ਨੇ ਕਿਹਾ ਵੀ ਇਹਦਾ ਮੇਕਅਪ ਕਰੋ, ਦਾੜੀ ਚਿੱਟੀ ਕਰੋ। ਇੱਕ ਬਜ਼ੁਰਗ ਦਾ, ਸੰਤ ਦਾ ਰੋਲ ਹੈ, ਫਕੀਰ ਦਾ। ਉਹਨਾਂ ਦਾੜੀ ਚਿੱਟੀ ਕੀਤੀ, ਤੇ ਉਹ ਕਹਿੰਦੇ ਇਹਨਾਂ ਨਹੀਂ, ਬਿਲਕੁਲ ਚਿੱਟਾ ਪੂਰਾ ਆਉਣਾ ਚਾਹੀਦਾ, ਵੀ ਦਾਨਾ ਜਿਹਾ ਬੰਦਾ ਹੈ, ਬਿਲਕੁਲ ਰੂਹਾਨੀ ਚੀਜ਼ ਆਉਣੀ ਚਾਹੀਦੀ। ਉਹਨਾਂ ਜੀ ਮੈਨੂੰ ਸਿੰਥੈਟਿਕ ਲਾਤਾ, ਸਿੰਥੈਟਿਕ ਕਲਰ ਲਾਤਾ, ਜਿਹਨੂੰ ਲਾਉਂਦਿਆਂ 15 ਦਿਨ ਬਾਅਦ ਲੱਤਾ ਉਹ ਰਗੜ ਕੇ ਮੇਰੇ ਸ਼ਾਇਦ ਗੁੱਛੇ ਬਾਹਰ ਲੱਗ ਗਏ ਹੋਣੇ। ਅਤੇ ਉਹੀ ਐਪੀਸੋਡ ਤੁਹਾਨੂੰ ਦੱਸ ਰਿਹਾ ਮੈਂ। ਉਹ ਸਿਆਲ ਦੇ ਦਿਨ ਸੀ, ਪੱਗ ਬੰਨ੍ਹ ਕੇ, ਦਾੜੀ ਖੁੱਲੀ ਚਿੱਟੀ ਪੱਗ ਬੰਨ੍ਹ ਕੇ ਮੈਂ ਬੁੱਕਲ ਮਾਰ ਕੇ ਆ ਗਿਆ ਘਰ ਅੱਗੇ। ਮੈਂ ਬੈਲ ਵਜਾਈ, ਮੇਰੀ ਬੇਟੀ ਆ ਗਈ। ਮੈਂ ਕੁਝ ਬੋਲਿਆ ਨਾ। ਉਹਨੇ ਕਿਹਾ ਵੀ ਮੰਮੀ ਕੋਈ ਅੰਕਲ ਆਏ ਆ। ਮੈਂ ਦੇਖਦਾ ਰਿਹਾ, ਮੰਮੀ ਕੋਈ ਅੰਕਲ ਆਏ ਆ। ਉਹ ਹੈਰਾਨ ਹੋ ਗਈ, ਪਹਿਚਾਣ ਨਹੀਂ ਸਕੀ, ਕਿਉਂਕਿ ਉਸ ਰੂਪ 'ਚ ਕਦੇ ਉਹਨੇ ਦੇਖਿਆ ਨਹੀਂ ਸੀ। ਛੋਟੀ ਸੀ ਬੇਟੀ ਮੇਰੀ, 6-7 ਸਾਲ ਦੀ ਸੀ ਉਦੋਂ। ਤਾਂ ਬੜੀ ਹੈਰਾਨ ਪਰੇਸ਼ਾਨ ਹੋਈ। ਅਤੇ ਜਦੋਂ ਨਹੀਂ ਮੈਂ ਬੋਲਿਆ, ਫਿਰ ਜਦ ਮੈਂ ਬੋਲਿਆ ਕੁਝ, ਮੈਂ ਕਿਹਾ ਇਹ ਪੈਰਾ ਪਰੇਸ਼ਾਨ ਹੋ ਕੇ ਡਰ ਨਾ ਪੈ ਜੇ। ਜਦੋਂ ਬੋਲਿਆ, ਉਹਦਾ ਮੂੰਹ ਖੁੱਲਾ, ਹਾਂ ਪਾਪਾ ਤੁਸੀਂ ਕੀ ਬਣੇ ਹੋ। ਸੋ ਜਿਹੜਾ ਕਿਰਦਾਰ 'ਚ ਨਹੀਂ ਦੇਖਿਆ, ਬੜੀ ਹੈਰਾਨੀ ਹੁੰਦੀ ਹੈ। ਅਲੱਗ-ਅਲੱਗ ਕਿਰਦਾਰ, ਹੁਣ ਤੁਸੀਂ ਮੇਰੇ ਕਿਰਦਾਰ 'ਚ ਦਰਸ਼ਕਾਂ ਨੇ ਜਿਹੜੀ ਅਲੱਗ-ਅਲੱਗ ਫੋਟੋ ਦੇਖੀਆਂ, ਉਹ ਪਹਿਚਾਣ 'ਚ ਨਹੀਂ ਹੁੰਦੀ ਕਿ ਵਾਕਈ ਇਹ ਬੰਦਾ ਹੈ। ਅਤੇ ਵਾਕਈ ਮੇਕਅਪ ਮੈਨ ਅਤੇ ਡਾਇਰੈਕਟਰ ਸਾਨੂੰ ਉਹੋ ਜਿਹਾ ਮੇਕਓਵਰ ਕਰਵਾ ਦਿੰਦੇ ਨੇ ਕਿ ਉਸ ਰੋਲ ਦੇ ਮੁਤਾਬਕ ਸਾਨੂੰ ਪਤਾ ਹੈ। ਅਤੇ ਵਾਕਈ ਉਦੋਂ ਮੈਂ ਪਾਇਲਟ ਨਹੀਂ ਰਹਿੰਦਾ, ਉਦੋਂ ਜੇ ਮੈਂ ਡਾਕਟਰ ਬਣ ਜਾਂਦਾ, ਤੁਸੀਂ ਵੀ ਡਾਕਟਰ ਬਣ ਗਏ ਹੋ। ਸੋ ਉਸ ਕਿਰਦਾਰ ਨਾਲ ਨਿਆਂ ਕਰਨ ਵਾਸਤੇ ਉਹੋ ਜਿਹਾ ਸਾਨੂੰ ਉਹ ਕਰਨਾ ਪੈਂਦਾ, ਜਿਹੜਾ ਗੈਟਅਪ ਕਰਨਾ ਪੈਂਦਾ, ਪਹਿਚਾਣ 'ਚ ਨਹੀਂ ਆਉਂਦਾ। ਤੇ ਜਸਪਾਲ ਜੀ, ਹੁਣ ਤੁਸੀਂ ਆਪਣੇ ਜਿਹੜੇ ਨਵੇਂ ਕਲਾਕਾਰ ਨੇ, ਉਹਨਾਂ ਨੂੰ ਕੋਈ
ਸੁਨੇਹਾ ਜਿਹੜਾ ਦੇਣਾ ਚਾਹੁੰਦੇ ਹੋ ਕਿ ਉਹ ਕਾਮਯਾਬ ਹੋਣ ਲਈ ਕਿਸ ਤਰ੍ਹਾਂ ਦਾ ਰੁਖ ਕਰਨ, ਕਿਹੜਾ ਰਾਹ ਅਖਤਿਆਰ ਕਰਨ, ਕਿਵੇਂ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਤੇ ਆਪਣਾ ਸਫ਼ਰ ਤੈਅ ਕਰਨ, ਕੋਈ ਉਹਨਾਂ ਨੂੰ ਸੁਨੇਹਾ ਦਿਓ। ਬਿਲਕੁਲ ਜੀ, ਜਿਹੜੇ ਮੇਰੇ ਨੌਜਵਾਨ ਵੀਰ ਆਏ ਨੇ, ਐਕਟਿੰਗ ਲਾਈਨ ਬਹੁਤ ਅੱਛੀ ਹੈ। ਅਸੀਂ ਜਿਹੜਾ ਆਪਣੇ ਅੰਦਰ ਦਾ ਕਲਾਕਾਰ, ਉਸ ਦੇ ਅਲੱਗ-ਅਲੱਗ ਰੰਗ ਹੈ, ਉਸ ਨੂੰ ਸਾਹਮਣੇ ਲਿਆ ਸਕਦੇ ਹਾਂ। ਅਲੱਗ-ਅਲੱਗ ਕਿਰਦਾਰ ਨੂੰ ਜੀ ਸਕਦੇ ਹਾਂ ਜ਼ਿੰਦਗੀ 'ਚ, ਅਲੱਗ-ਅਲੱਗ ਰੋਲਸ ਕਰਕੇ। ਇਸ ਦੇ ਨਾਲ ਮੁਕੇਸ਼ ਕੁੰਦਰਾ ਜੀ ਦੀ ਗੱਲ ਮੈਨੂੰ ਯਾਦ ਆਉਂਦੀ ਹੈ, ਅੱਕਣਾ ਨਹੀਂ, ਝੱਕਣਾ ਨਹੀਂ, ਥੱਕਣਾ ਨਹੀਂ। ਅੱਕਣਾ ਨਹੀਂ ਯਾਨੀ ਕਿ ਲੱਗੇ ਰਹੋ, ਸੰਘਰਸ਼ ਕਰੋ। ਥੱਕਣਾ ਨਹੀਂ, ਠੀਕ ਹੈ, ਲੱਗੇ ਰਹੋ। ਕਈ ਵਾਰੀ ਉਹੀ ਵਿਲੀਅਮ ਵਰਡਸਵਰਥ ਦੀ ਗੱਲ ਯਾਦ ਆਉਂਦੀ ਕਿ ਬਹੁਤ ਸੋਹਣਾ ਨਜ਼ਾਰਾ, ਰੁਕ ਜਾਈਏ, ਪਰ ਤੁਰੇ ਰਹਿਣਾ, ਸਫ਼ਰ 'ਚ ਤੁਰੇ ਰਹਿਣਾ, ਇੱਕ ਮੰਜ਼ਿਲ ਸਰ ਕਰਕੇ ਦੂਜੇ ਮੰਜ਼ਿਲ ਵੱਲ। ਤੇ ਝੱਕਣਾ ਨਹੀਂ। ਕਈ ਵਾਰੀ ਕੀ ਹੁੰਦਾ ਹੈ ਕਿ ਕੈਮਰੇ ਸਾਹਮਣੇ ਹੀ ਝੱਕ ਜਾਂਦੇ ਹਾਂ। ਕੈਮਰਾ ਤਾਂ ਨਿਰਜੀਵ ਚੀਜ਼ ਹੈ, ਡੈਡ ਚੀਜ਼ ਹੈ। ਇਹ ਸਾਨੂੰ ਕੀ ਕਹਿੰਦੀ ਹੈ? ਨੋਰਮਲ ਅਸੀਂ ਕੰਮ ਕਰਦੇ ਰਹੀਏ ਤੇ ਕੈਮਰੇ ਨੇ ਆਪਣਾ ਕੰਮ ਕਰਨਾ। ਕਈ ਵਾਰੀ ਅਸੀਂ ਸਟੇਜ 'ਤੇ ਸ਼ੋਅ ਕਰਦੇ, ਸਾਹਮਣੇ ਸਾਡੇ ਪਰਿਵਾਰ ਲੋਕ ਬੈਠੇ ਹੁੰਦੇ ਆ, ਉਹ ਸਾਨੂੰ ਝਾਕਾ ਆਉਂਦਾ, ਨਹੀਂ ਯਾਰ ਸਾਹਮਣੇ ਬੈਠੇ ਆ, ਨਹੀਂ ਕਰ ਸਕਦੇ। ਸੋ ਇਹ ਚੀਜ਼ ਨੂੰ ਦੂਰ ਕਰਕੇ ਜਦੋਂ ਦੂਰ ਕਰੇਗਾ, ਸੋ ਸੰਘਰਸ਼, ਅੱਕਣਾ ਨਹੀਂ, ਝੱਕਣਾ ਨਹੀਂ, ਥੱਕਣਾ ਨਹੀਂ, ਤਾਂ ਇਨਸਾਨ ਜਿਹੜਾ ਕਾਮਯਾਬ ਹੋਏਗਾ। ਬਹੁਤ ਸਾਰੇ ਚੈਨਲਸ ਆ ਗਏ ਨੇ, ਬਹੁਤ ਸਾਰਾ ਸਕੋਪ ਹੈ, ਬਹੁਤ ਸਾਰੇ ਗਾਣੇ। ਹੁਣ ਤਾਂ ਫਿਲਮ ਇੰਡਸਟਰੀ ਵੀ ਪੰਜਾਬ ਵੱਲ ਤੁਰੀ ਆਉਂਦੀ ਹੈ। ਸੋ ਆਪਣਾ ਜਿੱਥੇ ਜਿੱਥੇ ਸਕੋਪ ਹੈ ਉਹ ਨਾਲੋਂ ਨਾਲ ਕਰੀ ਜਾਣ। ਨਾਲ ਜਿਹੜਾ ਥੀਏਟਰ ਬੇਸ ਹੈ ਇਹਨੂੰ ਵੀ ਜਾਰੀ ਰੱਖਣ। ਇੱਕ ਹੋਰ ਮੈਨੂੰ ਮਕਨਾ ਸਾਹਿਬ ਦੀ ਗੱਲ ਯਾਦ ਆਉਂਦੀ। ਮਕਨਾ ਸਾਹਿਬ ਕਹਿੰਦੇ ਕਿ ਆਪਣੇ ਅੰਦਰ ਜਿਹੜਾ ਕਿਰਦਾਰ ਹੈ ਨਾ, ਕਲਾ ਹੈ, ਆਪਣੀ ਕਲਾ ਨੂੰ, ਆਪਣੇ ਆਰਟ ਨੂੰ ਪ੍ਰਮੋਟ ਕਰੋ। ਇੰਨੇ ਪਰਪੱਕ ਹੋ ਜਾਓ ਕਿ ਲੋਕ ਕਹਿਣ ਕਿ ਜਸਪਾਲ ਸਿੰਘ ਪਾਇਲਟ ਚਾਹੀਦਾ, ਜਸਪਾਲ ਸਿੰਘ ਪਾਇਲਟ ਹੀ ਚਾਹੀਦਾ ਹੈ। ਸੋ ਆਪਣੇ ਰੰਗ ਰੂਪ ਨਾ ਵੇਖੋ। ਅਮਰੀਸ਼ ਪੁਰੀ ਜੀ, ਓਮਪੁਰੀ ਜੀ ਚੇਤਕ ਦੇ ਦਾਗ ਸਨ। ਮੀਨਾ ਕੁਮਾਰੀ ਜੀ, ਉਹਨਾਂ ਚੀਚੀ ਕੱਟੀ ਸੀ। ਸ਼ਤਰੂਘਨ ਸਿਨਹਾ ਜੀ, ਉਹਨਾਂ ਦੇ ਮੂੰਹ 'ਤੇ ਕੱਟ ਦਾ ਦਾਗ ਸੀ। ਸੋ ਇਹ ਬਹੁਤ ਜਿਹੇ ਮਿਸਾਲਾਂ ਨੇ। ਸਮੀਤਾ ਪਾਟਿਲ, ਰੰਗ ਸਾਂਵਲਾ ਸੀ। ਰੇਖਾ ਜੀ, ਰੰਗ ਸਾਂਵਲਾ ਸੀ। ਸੋ ਇਹ ਕੰਪਲੈਕਸ ਛੱਡ ਕੇ ਕਿਰਦਾਰ ਕਰੋ। ਤੁਹਾਡੇ ਕਿਰਦਾਰ ਤੋਂ ਉਹ ਜਿਹੜਾ ਰੋਲ ਹੈ ਝਲਕਦਾ ਹੋਵੇ, ਕੋਈ ਕਮੀ ਨਹੀਂ। ਜਦੋਂ ਤੁਹਾਡੇ ਅੰਦਰ ਐਕਟਿੰਗ ਹੋਏਗੀ ਫਿਰ ਕੁਝ ਨਹੀਂ। ਹੁਣ ਤੁਸੀਂ ਦੇਖੋ, ਮੁਕਰੀ ਦਾ ਛੋਟਾ ਕੱਦ ਹੈ, ਉਹ ਬਹੁਤ ਟੌਪ ਦੇ ਸਨ। ਤੇ ਕੇਸਟੋ ਮੁਖਰਜੀ ਸ਼ਰਾਬੀ ਦਾ ਰੋਲ ਕਰਦੇ ਰਹੇ, ਉਹ ਵੱਖਰਾ ਕਿਰਦਾਰ ਸੀ। ਟੁਨਟੁਨ ਜੀ ਸਿੰਗਰ ਬਣ ਗਏ, ਬਹੁਤ ਮੋਟੇ ਸਨ, ਉਹਨਾਂ ਦਾ ਵੱਖਰਾ ਕਿਰਦਾਰ ਸੀ। ਸੋ ਹਰ ਇਨਸਾਨ ਆਪਣਾ ਕਿਰਦਾਰ ਕਰਦਾ, ਕਿਉਂਕਿ ਐਕਟਿੰਗ ਜਿਹੜੀ ਹੈ ਨਾ, ਜੇ ਪ੍ਰੋਫੈਸ਼ਨ ਹੈ, ਇਹਦੇ ਵਿੱਚ ਤੁਸੀਂ ਪਰਫੈਕਟ ਹੋਣ ਦੀ ਕੋਸ਼ਿਸ਼ ਕਰੋ, ਪਰਪੱਕ ਹੋ। ਬਾਕੀ ਬੰਦਾ ਸਾਰੀ ਉਮਰ ਜ਼ਿੰਦਗੀ ਸਿੱਖਦਾ ਰਹਿੰਦਾ ਹੈ। ਸੋ ਸਿੱਖੋ, ਆਪਣੇ ਆਪ ਨੂੰ ਇੰਪਰੂਵ ਕਰੋ। ਤੇ ਬਹੁਤ ਵੱਡਾ ਵਿਸ਼ਾਲ ਸਮੁੰਦਰ ਹੈ ਜੀ। ਅਸੀਂ ਤਾਂ ਖੂਹ 'ਚ ਤਾਰੀ ਲਾਉਂਦੇ ਰਹੇ, ਹੁਣ 25 ਸਾਲ ਬਾਅਦ ਅਸੀਂ ਦਰਿਆ 'ਚ ਆਏ ਹਾਂ। ਤਾਂ ਸਮੁੰਦਰ ਤਾਂ ਦੂਰ ਦੀ ਗੱਲ ਹੈ। ਸਮੁੰਦਰ ਤੋਂ ਮੋਤੀ ਚੁਗਣਾ ਇਹ ਔਖਾ ਕੰਮ ਹੈ। ਲੇਕਿਨ ਤੁਹਾਡੇ ਸਾਹਮਣੇ ਹੀ ਖੂਹ ਵੀ ਹੈ, ਦਰਿਆ ਵੀ ਹੈ, ਸਮੁੰਦਰ ਵੀ ਹੈ। ਤਾਂ ਤੁਸੀਂ ਤਾਰੀਆਂ ਲਾਓ, ਮੋਤੀ ਚੁਗੋ ਤੇ ਮੌਜਾਂ ਕਰੋ, ਆਪਣਾ ਨਾਮ ਰੋਸ਼ਨ ਕਰੋ, ਪੰਜਾਬ ਪੰਜਾਬੀਅਤ ਦਾ ਨਾਮ ਰੋਸ਼ਨ ਕਰੋ, ਆਪਣੇ ਗੁਰੂ ਦਾ ਨਾਮ ਰੋਸ਼ਨ ਕਰੋ, ਆਪਣੇ ਸਟੇਟ ਦਾ, ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ। ਸੋ ਇਸੇ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸੰਘਰਸ਼ ਕਰਨ 'ਚ ਘਬਰਾਉਣਾ ਨਹੀਂ, ਤੁਰੇ ਰਹਿਣਾ। ਹਾਂ, ਇੱਕ ਜ਼ਰੂਰ ਬੇਨਤੀ ਹੈ, ਚੰਗੇ ਕੰਮ ਦੀ ਤਾਰੀਫ ਕਰਨਾ, ਲੈਗ ਪੁਲਿੰਗ ਨਹੀਂ ਕਰਨਾ। ਇੱਕ ਕਦੀ ਕਿਸੇ ਨੂੰ ਬਾਈਪਾਸ ਨਹੀਂ ਕਰਨਾ, ਕਿਸੇ ਦਾ ਅਹਿਸਾਨ ਨਹੀਂ ਭੁੱਲਣਾ। ਕਿਉਂਕਿ ਮੈਂ ਪਹਿਲੇ ਵੀ ਕਿਹਾ, ਅਸੀਂ ਜੋ ਕਰਦੇ ਹਾਂ ਰੱਬ ਉਹ ਵਿਆਜ ਸਮੇਤ ਦੇਣਾ। ਅਸੀਂ ਚੰਗਾ ਕਰਾਂਗੇ, ਜੇ ਕੋਈ ਚੰਗਾ ਨਹੀਂ ਲੱਗਦਾ, ਕਿਸੇ ਨੂੰ ਛੋਟਾ ਕਰਨਾ। ਰਾਮਪੁਰਾ ਜੀ, ਕਿਸੇ ਨੇ ਐਡੀ ਲੀਕ ਵਾਤੀ, ਛੋਟੀ ਲੀਕ, ਕਹਿੰਦੇ ਛੋਟਾ ਕਿਵੇਂ ਕਰੋਗੇ? ਕਈ ਲੋਕੀ ਨੂੰ ਕੱਟ ਕੇ ਛੋਟਾ ਕਰਦੇ। ਨਹੀਂ, ਕੱਟਣਾ ਨਹੀਂ। ਛੋਟੀ ਲੀਕ ਅੱਗੇ ਤੁਸੀਂ ਮਿਹਨਤ ਕਰਕੇ ਵੱਡੀ ਲੀਕ ਖਿੱਚ ਦਿਓ, ਉਹ ਆਪੇ ਛੋਟਾ ਹੋ ਜਾਏਗਾ। ਸੋ ਦੋਸਤੋ, ਦਰਸ਼ਕੋ, ਮੇਰੇ ਪਿਆਰਿਓ, ਨੌਜਵਾਨ ਸਾਥੀਓ, ਹਮੇਸ਼ਾ ਆਪਣੀ ਲੀਕ ਵੱਡੀ ਕਰੋ ਤਾਂ ਕਿ ਲੀਕ ਤੁਹਾਡੇ ਸਾਹਮਣੇ ਛੋਟਾ ਨਜ਼ਰ ਆਏ। ਬਸ ਇਹੀ ਮੇਰਾ ਸੰਦੇਸ਼ ਹੈ ਜੀ। ਥੈਂਕ ਯੂ। ਇਹ ਸੀਗਾ ਸਾਡਾ ਚੌਥਾ ਐਪੀਸੋਡ, ਜਿਹਦੇ ਵਿੱਚ ਅਸੀਂ ਤੁਹਾਡੇ ਰੂਬਰੂ ਕੀਤਾ ਜਸਪਾਲ ਪਾਇਲਟ ਜੀ ਨੂੰ। ਦੋਸਤੋ, ਇਸੇ ਤਰ੍ਹਾਂ ਹੀ ਗੁਗਲੀ ਐਂਟਰਟੇਨਮੈਂਟ ਜਿਹੜਾ ਵਾ ਹਰ ਹਫਤੇ ਤੁਹਾਡੇ ਲਈ ਵਧੀਆ ਸ਼ਖਸੀਅਤਾਂ ਲੈ ਕੇ ਆਏਗਾ। ਬਸ ਤੁਸੀਂ ਸਾਡਾ ਚੈਨਲ ਜਿਹੜਾ ਵਾ ਇਹਨੂੰ ਸਬਸਕ੍ਰਾਈਬ ਕਰਕੇ ਰੱਖਿਓ, ਵਿਊ ਦਿਓ, ਆਪਣੇ ਕਮੈਂਟ ਦਿਓ, ਆਪਣੇ ਜਿਹੜਾ ਸਾਨੂੰ ਇੱਕ ਬੜਾ ਵੱਡਾ ਜਿਹੜਾ ਉਤਸ਼ਾਹ ਮਿਲੂਗਾ ਇਹਦੇ ਨਾਲ। ਤੇ ਅਸੀਂ ਲੱਗੇ ਰਵਾਂਗੇ ਤੁਹਾਡੇ ਉਤਸ਼ਾਹ ਦੇ ਸਦਕਾ, ਨਵੀਆਂ ਸ਼ਖਸੀਅਤਾਂ ਤੁਹਾਡੇ ਸਾਹਮਣੇ ਕਰਿਆ ਕਰਾਂਗੇ। ਉਹਨਾਂ ਦੀਆਂ ਸੋਹਣੀਆਂ ਗੱਲਾਂ, ਉਹਨਾਂ ਨੇ ਆਪਣਾ ਜ਼ਿੰਦਗੀ ਦਾ ਸਫ਼ਰ ਕਿਵੇਂ ਗੁਜ਼ਾਰਿਆ ਤੇ ਕਿਵੇਂ ਉਹ ਬਣ ਗਈ ਸਫ਼ਰੇ ਜ਼ਿੰਦਗੀ। ਇਹ ਜਿਹੜੇ ਐਪੀਸੋਡ ਆ ਲਗਾਤਾਰ ਚੱਲਦੇ ਰਹਿਣਗੇ। ਮੇਰੇ ਨਾਲ ਨੇ ਇਸ ਵੇਲੇ ਨਵਦੀਪ ਸੋਤਾ ਜੀ, ਜੋ DOP ਨੇ ਸਾਡੇ ਨਾਲ। ਤੁਹਾਨੂੰ ਸਾਰਾ ਪ੍ਰੋਗਰਾਮ ਜਿਹੜਾ ਉਹ ਕਵਰ ਕਰਕੇ ਵਿਖਾਉਂਦੇ ਆ ਤੇ ਤੁਹਾਡੇ ਕੋਲ ਹੁਣ ਲਵਾਂਗੇ ਇਜਾਜ਼ਤ। ਧੰਨਵਾਦ ਸਾਰਿਆਂ ਦਾ ਹੀ, ਦਰਸ਼ਕਾਂ ਦਾ। ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ।